ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਮੁਖੋ ਉਚਾਰੀਐ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉ ਮੈਂ ਮਾਰੀ। ਸਤਿਗੁਰ ਦਰਸ਼ਨ ਅਗਨ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ 10 ਸਰੂਪਾਂ ਦੇ ਆਤਮਿਕ ਜੋਤ ਸਰੂਪ ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਅੰਮ੍ਰਿਤਮਈ ਮੁੱਖ ਵਾਕ ਪਰਮ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਵਿਚਾਰ ਹੁਣ ਤੱਕ 183 ਅੰਗ ਤੱਕ ਪਹੁੰਚੀ ਹੈ ਔਰ ਗੌੜੀ ਰਾਗ ਦੇ 90 ਸ਼ਬਦਾਂ ਦੀ ਵਿਚਾਰ ਇਸ ਤੋਂ ਪਹਿਲਾਂ ਹੋ ਚੁੱਕੀ ਹੈ। ਹੁਣ ਅੱਗੇ ਜੋ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਸੁਣੀਏ, ਤਾਂ ਕਿ ਹਜ਼ੂਰ ਦਾ ਅੰਮ੍ਰਿਤਮਈ ਕਲਿਆਣਕਾਰੀ ਉਪਦੇਸ਼ ਸਾਡੇ ਹਿਰਦੇ ਅੰਦਰ ਨਿਵਾਸ ਕਰੇ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਵੰਨਗੀ ਗੁਆਰੇਰੀ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ। ਸਤਿਗੁਰ ਦਰਸ਼ਨ ਅਗਨ ਨਿਵਾਰੀ। ਜੇ ਸਿੱਖ ਪ੍ਰਸ਼ਨ ਕਰੇ ਕਿ ਗੁਰੂ ਮਹਾਰਾਜ ਜੀ ਆਪ ਜੀ ਦੱਸਦੇ ਹੋ ਕਿ ਵਿਕਾਰਾਂ ਦੀ ਅੱਗ ਮਨੁੱਖ ਨੂੰ ਸਤਾ ਰਹੀ ਹੈ, ਤ੍ਰਿਸ਼ਨਾ ਦੀ ਅੱਗ ਅੰਦਰ ਜੀਵ ਦੇ ਲੱਗੀ ਹੋਈ ਹੈ, ਅਤੇ ਇਹ ਜਿਹੜੀਆਂ ਅਗਨੀਆਂ ਹਨ ਤ੍ਰਿਸ਼ਨਾ ਦੀ, ਵਿਕਾਰਾਂ ਦੀਆਂ ਅਗਨੀਆਂ, ਇਹ ਕਿਸ ਤਰ੍ਹਾਂ ਨਿਵਾਰੀਆਂ ਜਾਣ, ਕਿਵੇਂ ਮਿਟ ਜਾਣ, ਕਿਵੇਂ ਦੂਰ ਹੋਣ, ਕਿਵੇਂ ਬੁਝ ਜਾਣ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਭਾਈ ਸਤਿਗੁਰ ਦਰਸ਼ਨ ਅਗਨ ਨਿਵਾਰੀ। ਜਿਨ੍ਹਾਂ ਨੇ ਭਾਵਨਾ ਸਹਿਤ ਸਤਿਗੁਰਾਂ ਦਾ ਦਰਸ਼ਨ ਕੀਤਾ ਨਾ, ਜਿਨ੍ਹਾਂ ਮਨੁੱਖਾਂ ਨੇ, ਉਹਨਾਂ ਨੇ ਆਪਣੇ ਹਿਰਦੇ ਅੰਦਰੋਂ ਇਹ ਜਿਹੜੀ ਵਿਕਾਰਾਂ ਦੀ ਤਪਸ਼ਾ ਹੈ, ਤ੍ਰਿਸ਼ਨਾ ਦੀ ਅਗਨੀ ਹੈ, ਇਹ ਨਿਵਾਰ ਲਈ ਹੈ। ਸਤਿਗੁਰੂ ਦਾ ਦਰਸ਼ਨ ਬਹੁਤ ਮਹਾਨਤਾ ਰੱਖਦਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨਹਾਰਾ, ਦਰਸ਼ਨ ਡਿਠੇ ਲਹਿਨ ਵਿਜੋਗਾ ਜੀਓ। ਜੋ ਸਤਿਗੁਰੂ ਦੀ ਮੁੱਖ ਵਾਕ ਬਾਣੀ ਨੂੰ ਜਪਣਾ ਹੈ, ਇਹ ਵੀ ਸਤਿਗੁਰੂ ਦਾ ਦਰਸ਼ਨ ਹੈ। ਜੋ ਬਾਣੀ ਨੂੰ ਸੁਣਨਾ ਹੈ, ਇਹ ਸਰਵਣ ਦਰਸ਼ਨ ਹੈ, ਸੁਪਨ ਦਰਸ਼ਨ ਹੈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ। ਔਰ ਚਿੱਤਰ ਦਰਸ਼ਨ, ਤਸਵੀਰ ਬਣੀ ਹੋਈ ਹੋਵੇ ਅਤੇ ਚਿੱਤਰ ਰਾਹੀਂ ਮਨ ਉਸ ਪਾਸੇ ਜਾਂਦਾ, ਭਾਵਨਾ ਰੱਖਦਾ ਹੈ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਇਹੋ ਜਿਹਾ। ਉਂਝ ਸਤਿਗੁਰੂ ਜੀ ਦੀ ਜੋ ਤਸਵੀਰ ਵੀ ਹੈ, ਉਸ ਦੀ ਪੂਜਾ ਨਹੀਂ ਕਰਨੀ, ਪਰ ਨਰਾਦਰ ਵੀ ਨਹੀਂ ਕਰਨਾ ਤਸਵੀਰਾਂ ਦਾ। ਔਰ ਅਸੀਂ ਫੋਟੋ ਦੇ, ਤਸਵੀਰ ਦੇ ਪੁਜਾਰੀ ਵੀ ਨਹੀਂ ਬਣਨਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਰਮ ਪਵਿੱਤਰ ਸਰੂਪ ਹੈ, ਉਹ ਸਰੀਰਾਂ ਦੀ ਹੱਦ ਤੋਂ ਪਰੇ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਭਾਵਨਾ ਅੰਦਰ ਚਾਹੀਦੀ ਹੈ।
ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗੁਰੂ ਦੇ 5 ਸਿੰਘਾਂ ਦੇ ਦਰਸ਼ਨ ਕਰ ਲਓ। ਸਤਿਗੁਰੂ ਦੇ ਸਰੂਪ ਦੇ ਦਰਸ਼ਨ ਨੇ, ਸਰੀਰ ਦੇ ਦਰਸ਼ਨ ਨੇ। ਸਤਿਗੁਰਾਂ ਦੇ ਮੁੱਖ ਵਾਕ ਬਚਨ ਜੋ ਹਨ ਉਹ ਸਤਿਗੁਰਾਂ ਦੇ ਜੋਤ ਦੇ ਦਰਸ਼ਨ ਨੇ। ਭਾਵਨਾ ਚਾਹੀਦੀ ਅੰਦਰ। ਜਿਨ੍ਹਾਂ ਨੇ ਭਾਵਨਾ ਸਹਿਤ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਨੇ, ਉਹਨਾਂ ਨੇ ਆਪਣੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਨਿਵਾਰ ਲਈ ਹੈ, ਦੂਰ ਕਰ ਲਈ, ਮੇਟ ਦਿੱਤੀ ਹੈ, ਬੁਝਾ ਦਿੱਤੀ ਹੈ। ਔਰ ਗੁਰੂ ਕੇ ਪਿਆਰਿਓ, ਦਰਸ਼ਨ ਨਾਮ ਪੰਥ ਦਾ ਵੀ ਹੈ, ਪੰਥ ਮਾਰਗ ਦਾ ਨਾਮ ਹੈ। ਜਿਸ ਮਾਰਗ ਤੇ ਚੱਲਣ ਲਈ ਸਤਿਗੁਰਾਂ ਉਪਦੇਸ਼ ਦਿੱਤਾ ਹੈ, ਉਸ ਦਰਸ਼ਨ ਨੂੰ, ਸਤਿਗੁਰੂ ਦੇ ਪੰਥ ਨੂੰ, ਸਤਿਗੁਰੂ ਦੇ ਮਾਰਗ ਨੂੰ ਜਿਨ੍ਹਾਂ ਧਾਰਨ ਕੀਤਾ, ਉਸ ਮਾਰਗ ਤੇ ਚੱਲਣ ਵਾਲਿਆਂ ਨੇ ਦਰਸ਼ਨ ਦੁਆਰਾ, ਪੰਥ ਤੇ ਚੱਲਣ ਦੁਆਰਾ, ਉਪਦੇਸ਼ ਕਮਾਉਣ ਦੁਆਰਾ ਆਪਣੇ ਅੰਦਰੋਂ ਜਿਹੜੀ ਅੱਗ ਹੈ ਨਿਵਾਰ ਲਈ ਹੈ। ਇਹ ਵੀ ਨਾ ਅਰਥ ਸਮਝਣਾ ਕਿ ਕੇਵਲ ਉਪਦੇਸ਼ ਸੁਣਨਾ ਹੈ ਤੇ ਕਮਾਉਣਾ ਤੇ ਫਿਰ ਹੀ ਸਾਡੀ ਕਲਿਆਣ ਹੈ। ਸਤਿਗੁਰੂ ਮਹਾਰਾਜ ਕੇਵਲ ਉਪਦੇਸ਼ ਦਾਤਾ ਹੀ ਨਹੀਂ ਹਨ। ਉਪਦੇਸ਼ ਦੇਣ ਵਾਲੇ, ਕਥਨੀ ਕਰਨ ਵਾਲੇ, ਗ੍ਰੰਥ ਪੜ੍ਹੇ ਹੋਏ ਵਿਦਵਾਨ ਬੜੇ ਬੜੇ ਪਹਿਲਾਂ ਵੀ ਹੋਏ ਸਨ। ਸਤਿਗੁਰਾਂ ਦੇ ਸਮੇਂ ਵੀ ਸਨ, ਅੱਜ ਵੀ ਹਨ, ਗਾਂ ਨੂੰ ਵੀ ਹੋਣਗੇ। ਪਰ ਆਮ ਜਿਹੜਾ ਉਸਤਾਦ ਆ ਜਾਂ ਵਿਦਵਾਨ ਆ, ਉਹ ਕੇਵਲ ਉਪਦੇਸ਼ ਸੁਣਾ ਸਕਦਾ, ਉਪਦੇਸ਼ ਦੇ ਸਕਦਾ, ਸਿੱਖਿਆ ਦੇ ਸਕਦਾ। ਪਰ ਸਤਿਗੁਰੂ ਮਹਾਰਾਜ ਜੀ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਤਿਗੁਰੂ ਜੀ ਬਖਸ਼ਿਸ਼ ਵੀ ਕਰਦੇ ਨੇ। ਜਿਨ੍ਹਾਂ ਨੇ ਸਤਿਗੁਰਾਂ ਤੇ ਭਾਵਨਾ ਰੱਖੀ, ਉਹਨਾਂ ਤੇ ਐਸੀ ਬਖਸ਼ਿਸ਼ ਹੋਈ ਕਿ ਅੰਦਰਲੇ ਕਿਵਾੜ ਖੁੱਲ੍ਹ ਗਏ। ਸੋ ਇਸ ਵਾਸਤੇ ਸਤਿਗੁਰੂ ਕੇਵਲ ਉਪਦੇਸ਼ ਕਰਤਾ ਨਹੀਂ ਹਨ। ਸਤਿਗੁਰੂ ਦਾ ਦਰਸ਼ਨ ਵੀ ਭਾਵਨਾ ਨਾਲ ਕੀਤਾ ਜਾਏ ਤੇ ਬੜੀ ਮਹਾਨਤਾ ਰੱਖਦਾ ਹੈ। ਸਤਿਗੁਰੂ ਅੰਦਰ ਦੀ ਅਵਸਥਾ ਨੂੰ ਜਾਣਦੇ ਨੇ ਤੇ ਸਤਿਗੁਰੂ ਉਸ ਅਵਸਥਾ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਨੇ। ਇਸ ਕਰਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖਿਆ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕੌਡੀ ਨਾਲ ਸਾਰੇ ਖਜ਼ਾਨੇ ਤਾਂ ਨਹੀਂ ਨਾ ਕਦੇ ਕਿਸ ਨੂੰ ਮਿਲੇ। ਭਾਵਨਾ ਸੇ ਜੇ ਕੌਡੀ ਵੀ ਅਰਪਣ ਕੀਤੀ ਆ ਤੇ ਬੜੀਆਂ ਬਰਕਤਾਂ ਦੇ ਖਜ਼ਾਨੇ ਪ੍ਰਾਪਤ ਹੋਏ। ਇਸ ਵਾਸਤੇ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਬਣੀ, ਉਪਦੇਸ਼ ਸੁਣ ਕੇ, ਬਚਨ ਸੁਣ ਕੇ ਕਿ ਤ੍ਰਿਸ਼ਨਾ ਦੀ ਅੱਗ ਸਤਾਉਂਦੀ ਹੈ ਜੀ, ਦੂਰ ਹੋਏ, ਜੋ ਪਾਤਰ ਬਣੇ ਇਸ ਦਾਤ ਦੇ, ਤੇ ਸਤਿਗੁਰੂ ਜੀ ਨੇ ਉਹਨਾਂ ਦੀ ਪਾਤਰਤਾ ਵੇਖ ਕੇ ਅੰਦਰ ਦੀ ਅੱਗ ਨਿਵਾਰ ਦਿੱਤੀ। ਜੈਸੀ ਜੈਸੀ ਭਾਵਨਾ ਨਾਲ ਸਤਿਗੁਰੂ ਦਾ ਦਰਸ਼ਨ ਕਿਸੇ ਨੇ ਕੀਤਾ, ਵੈਸੀ ਵੈਸੀ ਭਾਵਨਾ ਸਤਿਗੁਰੂ ਜੀ ਪੁਜਾ ਦਿੰਦੇ ਨੇ, ਪੂਰੀ ਕਰ ਦਿੰਦੇ ਨੇ। ਕਿਉਂਕਿ ਜਿਤੜੇ ਫਲ ਮਨ ਵਾਂਛੀ ਹੈ, ਤਿਤੜੇ ਸਤਿਗੁਰ ਪਾਸ। ਜਿਹਾ ਸਤਿਗੁਰ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਸੋ ਇਸ ਵਾਸਤੇ ਭਾਈ ਅਸੀਂ ਤਾਂ ਸਤਿਗੁਰੂ ਦੇ ਦਰਸ਼ਨਾਂ ਦੁਆਰਾ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਿਵਾਰੀ, ਇਹ ਵੀ ਅਰਥ ਸਮਝਣਾ। ਸਤਿਗੁਰ ਭੇਟਤ ਹਉ ਮੈਂ ਮਾਰੀ, ਸਤਿਗੁਰੂ ਦੇ ਭੇਟ ਮਿਲਾਪ ਦੁਆਰਾ। ਹੁਣ ਮਿਲਾਪ ਸਰੀਰਕ ਤੌਰ 'ਤੇ ਮਿਲਾਪ ਰੋਜ਼ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵੀ ਆਪਾਂ ਬਹਿ ਜਾਂਦੇ ਗ੍ਰੰਥੀ ਸਿੰਘ, ਅਤੇ ਸਰੀਰਾਂ ਦੇ ਮਿਲਾਪ ਨੂੰ ਸਤਿਗੁਰੂ ਜੀ ਨੇ ਸਹੀ ਮਿਲਾਪ, ਮੁਕੰਮਲ ਮਿਲਾਪ, ਪੂਰਨ ਮਿਲਾਪ ਨਹੀਂ ਮੰਨਿਆ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰਾਤਮੈ ਜੋ ਮਿਲੈ, ਮਿਲਿਆ ਕਹੀਆ ਸੋਏ। ਸ਼ਬਦ ਮਿਲਹਿ ਸੇ ਵਿਛੜਾ ਹੈ ਨਾਹੀ। ਗੁਰੂ ਦੇ ਸ਼ਬਦ ਰਾਹੀਂ ਜੋ ਮਿਲੇ ਹਨ ਉਹ ਨਹੀਂ ਵਿਛੜਦੇ। ਸੋ ਇਸ ਪ੍ਰਕਾਰ ਗੁਰੂ ਦੇ ਬਚਨ ਪ੍ਰਤੀ ਸ਼ਰਧਾ, ਆਪਣੇ ਮਨ ਦੀ ਮਰਜ਼ੀ ਨੂੰ ਤਿਆਗਣ ਦੀ ਭਾਵਨਾ, ਸਤਿਗੁਰੂ ਦੀ ਆਗਿਆ ਮੰਨਣ ਦੀ ਭਾਵਨਾ, ਇਸ ਤਰ੍ਹਾਂ ਜੇ ਕੋ ਮਿਲਿਆ। ਉਂਝ ਇੱਕ ਵਿਦਵਾਨ ਤੁਲਸੀ ਦਾਸ ਨੇ ਵੀ ਇਹ ਬਚਨ ਲਿਖਿਆ ਹੈ ਕਿ ਆਸ਼ਾ ਇਸ਼ਟ ਉਪਾਸ਼ਨਾ, ਖਾਨ ਪਾਨ ਪਹਿਰਾਨ, ਤੁਲਸੀ ਜੈ ਖਾਟੋਂ ਮਿਲੇ, ਤਾ ਕੋ ਮਿਲਿਆ ਜਾਨ। ਕਈ ਵਾਰੀ ਉੱਪਰੋਂ ਉੱਪਰੋਂ ਮਿਲਾਪ ਸਾਡਾ ਬਣਿਆ ਨਾਲ ਹੁੰਦਾ, ਪਰ ਅੰਦਰੋਂ ਸਾਡੇ ਖਿਆਲਾਤ ਨਹੀਂ ਮਿਲਦੇ। ਆਸ਼ਾ ਇੱਕ ਨਹੀਂ, ਇਸ਼ਟ ਇੱਕ ਨਹੀਂ, ਅਤੇ ਉਪਾਸ਼ਨਾ ਇੱਕੋ ਜਿਹੀ ਨਹੀਂ। ਨਿਤਨੇਮ ਭਜਨ ਬੰਦਗੀ ਸਿਮਰਨ ਉਪਾਸ਼ਨਾ ਦਾ ਤਰੀਕਾ ਵੱਖਰਾ ਵੱਖਰਾ, ਅਤੇ ਖਾਣ ਪਾਨ, ਖਾਣਾ ਪੀਣਾ ਅਤੇ ਪਹਿਰਨਾ, ਇਹ ਸਭ ਵੱਖਰੇ ਵੱਖਰੇ। ਅਤੇ ਇਸ ਪ੍ਰਕਾਰ ਅੰਦਰੋਂ ਦਿਲ ਨਹੀਂ ਮਿਲਦੇ। ਇੰਝ ਸਰੀਰਕ ਮਿਲਾਪ ਤੇ ਸਦੀਵੀ ਨਹੀਂ ਔਰ ਸੱਚਾ ਵੀ ਨਹੀਂ ਹੋ ਸਕਦਾ। ਹੋ ਸਕਦਾ ਵੀ ਝੂਠਾ ਝੂਠਾ ਹੀ ਮਿਲਾਪ ਹੋਵੇ, ਪਰ ਅੰਦਰ ਦੀ ਭਾਵਨਾ ਸਹਿਤ ਜੋ ਸਤਿਗੁਰੂ ਨੂੰ ਭੇਟਦੇ ਮਿਲਾਪ ਕਰਦੇ ਨੇ ਨਾ, ਸਤਿਗੁਰ ਭੇਟਤ ਹਉਮੈ ਮਾਰੀ। ਸਤਿਗੁਰੂ ਦੇ ਮਿਲਾਪ ਦੁਆਰਾ ਉਹਨਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਹੰਗਤਾ ਨੂੰ ਮਾਰ ਲਿਆ ਹੈ।
ਹੰਗਤਾ ਮਾਰ ਕੇ ਅੰਦਰੋਂ ਭਜਾ ਦਿੱਤੀ ਹੈ। ਸਤਿਗੁਰ ਸੰਗ ਨਾ ਹੀ ਮਨ ਡੋਲੈ। ਪੂਰੇ ਸਤਿਗੁਰੂ ਦੀ ਸੰਗਤ ਵਿੱਚ ਰਹਿੰਦਿਆਂ ਮਨ ਜਿਹੜਾ ਹੈ ਵਿਕਾਰਾਂ ਵੱਲ ਡੋਲਦਾ ਨਹੀਂ ਹੈ, ਥੜਕਦਾ ਨਹੀਂ ਹੈ, ਡਾਵਾਂ ਡੋਲ ਨਹੀਂ ਹੁੰਦਾ। ਵਿਕਾਰਾਂ ਵੱਲ, ਸੰਸਾਰ ਵੱਲ, ਬੁਰੇ ਕਰਮਾਂ ਵੱਲ ਮਨ ਡੋਲਦਾ ਨਹੀਂ ਹੈ। ਬੇਗਾਨਾ ਰੂਪ ਵੇਖ ਕੇ ਨਹੀਂ ਡੋਲਦਾ, ਬੇਗਾਨਾ ਧਨ ਵੇਖ ਕੇ ਨਹੀਂ ਡੋਲਦਾ। ਸਤਿਗੁਰੂ ਦੇ ਦਰਸ਼ਨਾਂ ਦਾ, ਸਤਿਗੁਰੂ ਦੀ ਸੰਗਤ ਦਾ ਮਹਾਨ ਵੱਡਾ ਪ੍ਰਭਾਵ ਪੈਂਦਾ ਮਨ 'ਤੇ। ਅੰਮ੍ਰਿਤ ਬਾਣੀ ਗੁਰਮੁਖ ਬੋਲੈ। ਜੋ ਗੁਰਾਂ ਦੇ ਆਖੇ ਲੱਗਣ ਵਾਲਾ, ਗੁਰਾਂ ਦੇ ਸਨਮੁਖ ਹੋ ਕੇ ਚੱਲਣ ਵਾਲਾ, ਗੁਰੂ ਦਾ ਅਨੁਸਾਰੀ ਹੈ, ਉਹ ਗੁਰਮੁਖ ਪਿਆਰਾ ਆਤਮਿਕ ਜੀਵਨ ਦੇਣ ਵਾਲੀ ਗੁਰਾਂ ਦੀ ਮੁੱਖ ਵਾਕ ਬਾਣੀ ਨੂੰ ਬੋਲਦਾ ਹੈ। ਭਾਵਨਾ ਸਹਿਤ ਬੋਲਦਾ ਹੈ, ਬੱਧਾ ਰੁੱਧਾ ਨਹੀਂ ਬੋਲਦਾ ਹੈ। ਸਭ ਜਗ ਸੱਚਾ ਜਾਂ ਸੱਚ ਮਹਿਰਾਤੇ। ਹੁਣ ਜਗਤ ਸਾਰਾ ਝੂਠਾ ਦਿਖਾਈ ਦੇ ਰਿਹਾ, ਬੁਰਾ ਦਿਖਾਈ ਦੇ ਰਿਹਾ। ਬੜਿਆਂ ਨੂੰ ਅਸੀਂ ਬੁਰਾ ਕਹਿੰਦੇ, ਝੂਠੇ ਕਹਿੰਦੇ, ਪਾਪੀ ਕਹਿੰਦੇ, ਚੋਰ ਕਹਿੰਦੇ, ਭਾਵੇਂ ਆਪ ਉਹਨਾਂ ਨਾਲੋਂ ਜ਼ਿਆਦਾ ਵੱਡੇ ਚੋਰ ਹੋਈਏ, ਪਾਪੀ ਹੋਈਏ, ਗੁਨਾਹਗਾਰ ਹੋਈਏ। ਜਦੋਂ ਅਸੀਂ ਝੂਠ ਵਿੱਚ ਰਤੇ ਹੋਏ ਹਾਂ ਤੇ ਜਗ ਝੂਠ ਦਿਸਦਾ। ਜਿਵੇਂ ਭਾਈ ਗੁਰਦਾਸ ਦਾ ਬਚਨ ਹੈ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਨਾ ਕਰ ਦੇਖੈ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੈ। ਬੁਰੇ ਦੇ ਲੇਖੇ ਜੋਖੇ ਵਿੱਚ ਸਾਰਾ ਜਗਤ ਬੁਰਾ ਹੈ, ਪਰ ਜੋ ਆਪ ਭਲਾ ਹੈ, ਅੰਦਰੋਂ ਸਾਫ ਸੁਥਰਾ ਹੈ, ਉਹਨੂੰ ਸਾਰਾ ਜਗਤ ਭਲਾ ਹੀ ਦਿਸਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ, ਜਦੋਂ ਜਿਹੜੇ ਮਨੁੱਖ ਸੱਚ ਸਰੂਪ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਰਤੇ ਗਏ, ਰੰਗੇ ਗਏ, ਉਹਨਾਂ ਨੂੰ ਸਾਰਾ ਜਗਤ ਹੀ ਸੱਚਾ ਦਿਖਾਈ ਦੇ ਰਿਹਾ। ਕਿਉਂਕਿ ਸਤਿਗੁਰੂ ਅਮਰਦਾਸ ਮਹਾਰਾਜ ਜਿਵੇਂ ਬਚਨ ਕਰਦੇ ਨੇ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ। ਇਹ ਜਿਹੜਾ ਸੰਸਾਰ ਤੁਸੀਂ ਹੁਣ ਜ਼ਹਿਰਵੱਤ ਦਿਖਾਈ ਤੁਹਾਨੂੰ ਦਿੰਦਾ ਨਾ, ਜ਼ਹਿਰੀਲਾ ਜਗਤ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀਆ, ਇਹ ਤਾਂ ਹਰੀ ਦਾ ਰੂਪ ਹੈ। ਕਿਉਂਕਿ ਵਿੱਚ ਪਰਮਾਤਮਾ ਦੀ ਜੋਤ ਨੂੰ ਤੱਕ ਲਿਆ ਨਾ, ਇਸ ਕਰਕੇ ਹੁਣ ਜਾਣੋ ਜੋਤ ਨਾ ਪੁੱਛੋ ਜਾਤੀ। ਫਿਰ ਜੀਆਂ ਦੀ ਜਾਤੀ, ਜੀਆਂ ਦੇ ਕਰਮਾਂ ਨਾਲ ਕੋਈ ਮਤਲਬ ਨਹੀਂ ਰਹਿ ਗਿਆ। ਜੋਤ ਨਾਲ ਮਤਲਬ ਹੈ। ਜੋਤ ਨਾਲ ਲਗਾਓ, ਦਰਸ਼ਨਾਂ ਵਿੱਚ, ਫਾਈ ਵਿੱਚ ਗਲਤਾਨ ਰਹਿੰਦਾ ਜੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਫਿਰ ਸਾਰਾ ਜਗਤ ਹੀ ਸੱਚਾ ਪ੍ਰਤੀਤ ਹੁੰਦਾ। ਸੀਤਲ ਸਾਤ ਗੁਰ ਤੇ ਪ੍ਰਭ ਜਾਤੇ। ਜਿਨ੍ਹਾਂ ਨੇ ਗੁਰਾਂ ਦੀ ਰਾਹੀਂ, ਗੁਰੂ ਦੁਆਰਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ ਹੈ, ਜਾਣ ਪਛਾਣ ਹੋ ਗਈ ਹੈ, ਵਾਹਿਗੁਰੂ ਦੀ ਜੋਤ ਨੂੰ ਤੱਕ ਲਿਆ ਹੈ, ਜਾਣ ਲਿਆ ਹੈ, ਗਿਆਨ ਪ੍ਰਾਪਤ ਕਰ ਲਿਆ, ਤਾਂ ਫਿਰ ਉਸ ਦਿਨ ਤੋਂ ਉਹਨਾਂ ਦਾ ਮਨ ਜਿਹੜਾ ਹੈ ਉਹ ਬਹੁਤ ਸੀਤਲ, ਠੰਡਾ, ਠਾਰ ਹੋ ਗਿਆ। ਉੱਥੇ ਵਿਕਾਰਾਂ ਦੀ ਤਪਸ਼ ਨਹੀਂ ਰਹੀ ਤੇ ਅੰਦਰ ਸ਼ਾਂਤੀ ਆ ਗਈ ਹੈ। ਕ੍ਰੋਧ ਅਗਨੀ ਉੱਥੇ ਕੁਛ ਨਹੀਂ ਕਰ ਸਕਦੀ। ਉੱਥੇ ਸ਼ਾਂਤ ਵਰਤ ਗਈ, ਸ਼ਾਂਤੀ ਵਰਤ ਗਈ। ਮਨ ਸੀਤਲ ਹੈ, ਛਾਤੀ ਸੀਤਲ, ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਹੈ। ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨਾ, ਨਹਿ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸੁਵਜਨਾ। ਰੱਬ ਦੇ ਸਾਧੂ ਸੱਜਣ ਜਿੰਨੇ ਠੰਡੇ ਹਨ, ਇੰਨੀ ਠੰਡੀ ਕੋਈ ਚੀਜ਼ ਨਹੀਂ। ਸੋ ਇਸ ਪ੍ਰਕਾਰ ਉਹਨਾਂ ਦੇ ਅੰਦਰ ਵਰਤੈ ਠਾਂਡ, ਪ੍ਰਭ ਚੇਤੇ ਆਇਆ। ਪ੍ਰਭੂ ਨੂੰ ਚੇਤੇ ਆਉਣ ਕਰਕੇ ਨਾ, ਵਾਹਿਗੁਰੂ ਚੇਤੇ ਆਉਣ ਕਰਕੇ ਅੰਦਰ ਠੰਡ ਵਰਤ ਜਾਂਦੀ ਹੈ। ਰਹਾਓ ਸੰਤ ਪ੍ਰਸਾਦ ਜਪੈ ਹਰ ਨਾਮ। ਸੰਤ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਜੀਵ ਹੈ, ਸਿੱਖ ਹੈ, ਜਪਦਾ ਹੈ ਹਰੀ ਪ੍ਰਮਾਤਮਾ ਦਾ ਨਾਮ। ਸੰਤ ਪ੍ਰਸਾਦ ਹਰ ਕੀਰਤਨ ਗਾਓ। ਜੋ ਸੰਤ ਸਤਿਗੁਰੂ ਹਨ, ਸੰਤ ਪੁੱਗੇ ਹੋਏ ਮਹਾਂਪੁਰਸ਼ ਨੇ, ਬਾਬਾ ਬੁੱਢਾ ਜੀ ਵਰਗੇ, ਉਹਨਾਂ ਦੀ ਪ੍ਰਸਾਦ ਕਿਰਪਾ ਨਾਲ ਕਹਿੰਦੇ ਹਰੀ ਪ੍ਰਮਾਤਮਾ ਦਾ ਜੋ ਕੀਰਤਨ ਗਾਉਂਦੇ ਹਨ। ਸੰਤ ਪ੍ਰਸਾਦ ਸਗਲ ਦੁੱਖ ਮਿਟੇ। ਸੰਤ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੇ ਸਾਰੇ ਦੁੱਖ ਮਿਟ ਗਏ, ਕੋਈ ਦੁੱਖ ਨਹੀਂ ਰਹਿ ਗਿਆ। ਸੰਤ ਪ੍ਰਸਾਦ ਬੰਧਨ ਤੇ ਛੁੱਟੇ। ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਹੋਈ, ਜਿਨ੍ਹਾਂ ਤੇ ਪੁੱਗੇ ਹੋਏ ਸੰਤ ਜਨਾਂ ਦੀ ਪ੍ਰਸਾਦ ਪ੍ਰਸੰਨਤਾ ਹੋਈ, ਉਹ ਬੰਧਨਾਂ ਤੋਂ ਛੁੱਟ ਗਏ।
ਕਿਸੇ ਪ੍ਰਕਾਰ ਦਾ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਮਰਨ ਦਾ ਵਿਕਾਰਾਂ ਦਾ ਜਮਾਂ ਦਾ ਕੋਈ ਬੰਧਨ ਨਾ ਰਹਿ ਗਿਆ। ਸੰਤ ਕਿਰਪਾ ਤੇ ਮਿਟੇ ਮੋਹ ਭਰਮ। ਸੰਤ ਜਨਾਂ ਦੀ ਜਦੋਂ ਕਿਰਪਾ ਹੋਈ, ਸੰਤ ਸਤਿਗੁਰਾਂ ਦੀ ਕਿਰਪਾ ਹੋਈ, ਤਾਂ ਮਾਇਆ ਦਾ ਮੋਹ, ਸਰੀਰਾਂ ਦਾ ਮੋਹ ਇਹ ਮਿਟ ਗਿਆ। ਤੇ ਮਾਇਆ ਕਰਕੇ ਹੀ ਜੀਵ ਦੇ ਅੰਦਰ ਭਟਕਣਾ ਹੈ। ਭਰਮ ਪਿਆ, ਭ੍ਰਾਂਤੀ, ਜਗਤ ਝੂਠੇ ਨੂੰ ਸਦਾ ਰਹਿਣ ਵਾਲਾ ਮੰਨ ਲਿਆ। ਨਾਸਵੰਤ ਚੀਜ਼ ਨੂੰ, ਸਰੀਰਾਂ ਨੂੰ ਜਾਣੇ, ਸਰੀਰਾਂ ਸਾਰਿਆਂ ਨੂੰ ਜਾਂ ਪਦਾਰਥਾਂ ਨੂੰ ਸਦਾ ਨਾਲ ਰਹਿਣ ਵਾਲੇ ਮੰਨ ਲਿਆ। ਇਹ ਭਰਮ ਹੈ। ਇਹ ਭਰਮ ਵੀ ਨਿਵਰਤ ਹੋ ਗਿਆ। ਸਾਧ ਰੇਣ ਮੱਜਨ ਸਭ ਧਰਮ। ਸਾਧੂ ਸਤਿਗੁਰਾਂ ਦੀ ਚਰਨ ਧੂੜੀ ਵਿੱਚ ਜਿਹੜਾ ਇਸ਼ਨਾਨ ਕਰਨਾ, ਸਾਧੂ ਗੁਰੂ ਕੇ ਪਿਆਰੇ, ਗੁਰਮੁਖ ਪਿਆਰੇ, ਸਵਾਸ ਸਵਾਸ ਭਜਨ ਕਰਨ ਵਾਲਿਆਂ ਦੀ ਚਰਨ ਧੂੜ ਵਿੱਚ ਜਿਹੜਾ ਨਹਾਉਣਾ, ਇਹ ਪੁਰਬਾਂ ਦਾ ਇਸ਼ਨਾਨ ਤੇ ਸਭ ਧਰਮਾਂ ਸਿਰ ਸ਼੍ਰੋਮਣੀ ਧਰਮ। ਸਾਰੇ ਧਰਮ ਉਹਨੇ ਕਮਾ ਲਏ। ਉਹਨੇ ਪੁਰਬਾਂ ਦੇ ਸਮੇਂ ਜਾ ਕੇ 68 ਤੀਰਥਾਂ ਦੇ ਇਸ਼ਨਾਨ ਕਰ ਲਏ, ਜਿਨ੍ਹਾਂ ਸਾਧੂਆਂ ਦੀ ਚਰਨ ਧੂੜ ਪ੍ਰਾਪਤ ਕੀਤੀ, ਸਤਿਗੁਰਾਂ ਦੀ ਚਰਨ ਧੂੜ ਜਿਨ੍ਹਾਂ ਪ੍ਰਾਪਤ ਕੀਤੀ। ਸਾਧ ਕਿਰਪਾਲ ਦਇਆਲ ਗੋਵਿੰਦ। ਜਿੱਥੇ ਸਤਿਗੁਰੂ ਜੀ ਕਿਰਪਾਲੂ ਹੋਣ, ਜਿੱਥੇ ਰੱਬ ਦਾ ਪੁੱਗਾ ਹੋਇਆ ਸੰਤ ਮਹਾਤਮਾ ਦਇਆਲੂ ਕਿਰਪਾਲੂ ਹੋ ਜਾਂਦਾ, ਕਿਰਪਾ ਦੇ ਘਰ 'ਚ ਆ ਜਾਂਦਾ, ਉੱਥੇ ਗੋਬਿੰਦ ਪਰਮਾਤਮਾ ਦਇਆਲੂ ਹੋ ਗਿਆ ਸਮਝੋ। ਉੱਥੇ ਗੋਬਿੰਦ ਪਰਮਾਤਮਾ ਦੀ ਦਇਆ ਵਰਤ ਗਈ। ਸਾਧਾ ਮਹਿ ਹਮਰੀ ਜਿੰਦ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਸਾਡੀ ਜਿਹੜੀ ਜਿੰਦ ਹੈ ਨਾ, ਸਾਡੇ ਪ੍ਰਾਣ ਸਵਾਸ, ਇਹ ਸਾਧਾਂ ਦੇ ਵਿੱਚ ਵਸਦੇ ਨੇ। ਭਾਵ ਕਿ ਸਾਧੂਆਂ ਨੂੰ ਆਪਣੀ ਜਿੰਦ ਪ੍ਰਾਣ ਨਾਲੋਂ ਵੱਧ ਪਿਆਰ ਹੈ ਸਾਨੂੰ। ਸੋ ਇਸ ਪ੍ਰਕਾਰ ਸਾਧੂਆਂ ਦੀ ਸੰਗਤ ਵਿੱਚ ਹੀ ਸਾਡੀ ਜਿੰਦ ਵਸ ਕੇ ਖੁਸ਼ ਹੈ। ਕਿਰਪਾ ਨਿੱਧ ਕਿਰਪਾਲ ਧਿਆਵੋ। ਜੋ ਵਾਹਿਗੁਰੂ ਕਿਰਪਾ ਦੀ ਨਿਧੀ ਹੈ, ਕਿਰਪਾ ਦਾ ਖਜ਼ਾਨਾ ਹੈ। ਕਿਰਪਾ ਆਲ, ਕਿਰਪਾ ਦਾ ਘਰ ਹੈ ਜੋ ਵਾਹਿਗੁਰੂ। ਐਸੇ ਪ੍ਰਮਾਤਮਾ ਨੂੰ ਮੈਂ ਧਿਆਉਂਦਾ ਹਾਂ। ਸਾਧ ਸੰਗ ਤਾਂ ਬੈਠਣ ਪਾਵੋ। ਜੇ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੋਵਾਂ ਤਾਂ ਹੀ ਸਾਧੂ ਸਤਿਗੁਰਾਂ ਦੇ ਪੁੱਗੇ ਹੋਏ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮੈਨੂੰ ਬੈਠਣਾ ਪ੍ਰਾਪਤ ਹੁੰਦਾ। ਸਾਧ ਸੰਗਤ ਵਿੱਚ ਉਹ ਹੀ ਬੈਠ ਸਕਦਾ ਜੋ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਸੁਣਨ ਵਾਲਾ। ਸਾਧਾਂ ਦੇ ਕੋਲ ਚੋਰਾਂ, ਵਕਾਰੀਆਂ, ਸ਼ਰਾਬੀਆਂ, ਕਬਾਬੀਆਂ, ਦੁਨੀਆਦਾਰਾਂ ਦਾ ਕੀ ਕੰਮ? ਕਿਉਂਕਿ ਉਹ ਰੱਬ ਦੀਆਂ ਗੱਲਾਂ ਕਰਕੇ ਤੇ ਸੁਣ ਕੇ ਸਾਧੂ ਖੁਸ਼ ਹੁੰਦੇ ਨੇ। ਉਹਨਾਂ ਦਾ ਵਾਸਾ ਇਸ ਤਰ੍ਹਾਂ ਦਾ, ਅਤੇ ਇਸ ਵਾਸਤੇ ਉਹਨਾਂ ਨੂੰ ਸੰਸਾਰ ਦਾ ਰੰਗ ਨਹੀਂ ਹੈ। ਅਤੇ ਤਾਂ ਹੀ ਅਸਲ ਵਿੱਚ ਉਹਨਾਂ ਦੇ ਪਾਸ ਬੈਠਣਾ ਪ੍ਰਾਪਤ ਹੁੰਦਾ। ਜੇ ਆਪ ਵੀ ਅਸੀਂ ਵਾਹਿਗੁਰੂ ਦਾ ਸਿਮਰਨ ਕਰੀਏ ਤਾਂ। ਜਿਵੇਂ ਸੰਤ ਬਿਸ਼ਨ ਸਿੰਘ ਮਰਾਲੇ ਵਾਲੇ ਜਦੋਂ ਅੰਮ੍ਰਿਤ ਵੇਲੇ ਉਹ ਕਥਾ ਕਰਨ ਵਾਸਤੇ ਆਉਂਦੇ ਸਨ, ਅਤੇ ਜੇ ਸੰਗਤਾਂ, ਗੁਰੂ ਦੀਆਂ ਸੰਗਤਾਂ, ਜੇ ਗੱਲਾਂ ਬਾਤਾਂ ਆਪਸ ਵਿੱਚ ਰੌਲਾ ਰੱਪਾ ਪਾਉਂਦੀਆਂ ਹੋਣ ਅਤੇ ਉਹ ਫਿਰ ਪਿਛਾਂਹ ਨੂੰ ਮੁੜ ਜਾਂਦੇ ਸੀ। ਫਿਰ ਬੇਨਤੀਆਂ ਕਰਨੀਆਂ, ਜੀ ਕੀ ਗੱਲ ਹੋਈ ਹੈ, ਜੇ ਕਥਾ ਨਹੀਂ ਸੁਣਾ ਰਹੇ। ਮਹਾਂਪੁਰਸ਼ ਕਹਿੰਦੇ ਤੁਸੀਂ ਅਧਿਕਾਰੀ ਨਹੀਂ ਕਥਾ ਦੇ, ਤੁਸੀਂ ਰੱਬ ਦੀਆਂ ਗੱਲਾਂ ਕਰਨ ਨਹੀਂ ਗੁਰਦੁਆਰਾ ਸਾਹਿਬ ਆਏ। ਆਪਣਾ ਰੌਲਾ ਰੱਪਾ ਚੁਗਲੀਆਂ ਕਰਨਾ ਹੈ, ਆਪਣੀਆਂ ਗੱਲਾਂ ਲੈ ਕੇ ਬੈਠੇ। ਜੇ ਤਾਂ ਤੁਸੀਂ ਸਿਮਰਨ ਕਰਦੇ ਹੁੰਦੇ ਤਾਂ ਸਾਨੂੰ ਪਤਾ ਹੁੰਦਾ ਵੀ ਤੁਸੀਂ ਰੱਬ ਦੇ ਖੋਜੀ ਹੋ, ਗੁਰੂ ਦੇ ਪਿਆਰ ਵਾਲੇ ਹੋ, ਗੁਰੂ ਦਾ ਬਚਨ ਸੁਣਨਾ ਚਾਹੁੰਦੇ ਹੋ, ਤਾਂ ਫਿਰ ਅਸੀਂ ਸੁਣਾਉਂਦੇ। ਨਹੀਂ ਤਾਂ ਕੀ ਸੁਣਾਈਏ। ਜਿਵੇਂ ਕਬੀਰ ਜੀ ਨੇ ਵੀ ਕਿਹਾ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝਖ ਮਾਰੀ। ਬੋਲਤ ਬੋਲਤ ਬੜ੍ਹੈ ਬਿਕਾਰਾ, ਬਿਨ ਬੋਲੇ ਕਿਆ ਕਰਹਿ ਵਿਚਾਰਾ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਇ ਸੋ ਕਬੋ ਨਾ ਡੋਲੇ। ਰੱਬ ਦਾ ਪਿਆਰਾ ਜਿਹੜਾ ਹਿਰਦੇ ਕਰਕੇ ਭਰਿਆ ਹੋਇਆ ਹੈ, ਉਹ ਬਹੁਤੀਆਂ ਗੱਲਾਂ ਨਹੀਂ ਕਰਦਾ। ਬਹੁਤਾ ਰੌਲਾ ਰੱਪਾ ਉਹਦੇ ਕੋਲ ਹੈ ਨਹੀਂ। ਕੋਈ ਝਗੜਾ ਝਾਂਜਾ, ਕੋਈ ਵਤੰਡਾਵਾਦ ਨਹੀਂ ਹੈ। ਸੋ ਉਹ ਪਰਮਾਤਮਾ ਦੀਆਂ ਗੱਲਾਂ, ਜਿੱਥੋਂ ਸ਼ਾਂਤੀ ਪ੍ਰਾਪਤ ਹੋਏ, ਠੰਡ ਪਵੇ, ਉਹ ਗੱਲਾਂ ਕਰਦਾ, ਸੁਣਦਾ। ਜੇ ਕੋਈ ਅਧਿਕਾਰੀ ਹੋਵੇ ਤਾਂ ਰੱਬ ਦੀ ਗੱਲ ਸੁਣਾਉਂਦਾ, ਨਹੀਂ ਤਾਂ ਉਹ ਬੁੱਕਲ ਮਾਰ ਕੇ ਪਾਸੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਭਈ ਜੇ ਮੈਂ ਉਹਨਾਂ ਦੀ ਸਿੱਖ ਮੱਤ ਲੈ ਕੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਨੂੰ, ਕਿਰਪਾ ਦੇ ਘਰ ਵਾਹਿਗੁਰੂ ਨੂੰ ਧਿਆਵਾਂ, ਸਿਮਰਾਂ, ਸਾਧ ਸੰਗਤਾਂ ਬੈਠਣ ਪਾਵੋ। ਸਾਧੂਆਂ ਦੀ ਸੰਗ ਸਾਥ, ਉਹਨਾਂ ਦੀ ਸੰਗਤ ਵਿੱਚ ਤਾਂ ਬੈਠਣਾ ਪ੍ਰਾਪਤ ਹੁੰਦਾ। ਮੋਹਿ ਨਿਰਗੁਣ ਕੋ ਪ੍ਰਭ ਕੀਨੀ ਦਇਆ। ਹਜ਼ੂਰ ਕਹਿੰਦੇ ਨੇ ਮੈਂ ਤਾਂ ਸੀ ਨਿਰਗੁਣਾ, ਗੁਣਾ ਤੋਂ ਹੀਣ, ਗੁਣਹੀਣ ਹਮ ਅਪਰਾਧੀ ਭਾਈ, ਪੂਰਾ ਸਤਿਗੁਰ ਲੈ ਮਿਲਾਏ। ਇਹ ਸਤਿਗੁਰਾਂ ਦੀ ਨਿਮਰਤਾ ਹੈ, ਸਾਨੂੰ ਦਰਸਾ ਰਹੇ ਨੇ ਤੇ ਇੰਜ ਦੀ ਭਾਵਨਾ ਮਨ 'ਚ ਰੱਖਣੀ, ਗਰੀਬੀ ਨਿਮਰਤਾ ਵਾਲੀ।
ਕਿ ਮੈਂ ਤਾਂ ਸੀ ਗੁਣਾ ਤੋਂ ਸਖਣਾ ਨਿਰਗੁਣ, ਤੇ ਮੈਂ ਨਿਰਗੁਣ ਉੱਪਰ ਪ੍ਰਭੂ ਅਕਾਲ ਪੁਰਖ ਨੇ ਇੱਕ ਦਇਆ ਕੀਤੀ ਹੈ, ਮਿਹਰ ਕੀਤੀ ਹੈ। ਸਾਧ ਸੰਗ ਨਾਨਕ ਨਾਮ ਲਿਆ, ਉਹਨੇ ਦਇਆ ਕਰਕੇ ਸਾਧੂਆਂ ਦਾ ਸੰਗਤ ਬਖਸ਼ਿਆ। ਸਾਧੂ ਸਤਿਗੁਰੂ ਦੀ ਸੰਗਤ ਵਿੱਚ, ਸਾਧੂ ਗੁਰਮੁਖ ਪਿਆਰੇ ਬਾਬਾ ਬੁੱਢਾ ਜੀ ਵਰਗਿਆਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਲੈਣ ਲੱਗ ਪਏ। ਪਰਮਾਤਮਾ ਦਾ ਨਾਮ ਅਸੀਂ ਤਾਂ ਲਿਆ, ਉਚਾਰਿਆ ਹੈ ਜਿੰਨਾ ਵੀ ਹੁਣ ਤੱਕ ਉਚਾਰਿਆ, ਕਿਉਂਕਿ ਵਾਹਿਗੁਰੂ ਨੇ ਦਇਆ ਕਰਕੇ ਸਾਧਾਂ ਦਾ ਸੰਗ ਬਖਸ਼ਿਆ ਸੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਗੁਆਰੇਰੀ ਵੰਨਗੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਸਾਧ ਸੰਗ ਜਪਿਓ ਭਗਵੰਤ। ਵਾਹਿਗੁਰੂ ਪਰਮਾਤਮਾ ਨੂੰ ਜਪਣ ਵਾਸਤੇ ਸੰਗਤ ਕਿਹੜੀ ਚੰਗੀ ਹੈ ਜੀ, ਕਿਹਨਾਂ ਦੇ ਕੋਲ ਬੈਠਣਾ ਚਾਹੀਦਾ, ਕੀ ਕਰਨਾ ਚਾਹੀਦਾ? ਤਾਂ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਜਪਿਓ ਭਗਵੰਤ। ਸਾਧ ਸੰਗਤ ਵਿੱਚ, ਸਾਧਾਂ ਦੀ ਸੰਗਤ ਵਿੱਚ, ਸਾਧਾਂ ਦੇ ਸੰਗ ਸਾਥ ਮਿਲ ਕੇ ਜਿਸ ਨੇ ਵੀ ਜਪਿਆ ਉਸਨੇ ਸਾਧਾਂ ਦੀ ਸੰਗਤ ਵਿੱਚ ਮਿਲ ਕੇ ਭਗਵੰਤ ਪਰਮਾਤਮਾ ਨੂੰ ਜਪਿਆ। ਖੜ ਭਗਾਂ ਸੁਪੰਨ ਜੋ ਵਾਹਿਗੁਰੂ ਹੈ, ਧਰਮ ਸਵੈ ਜਸ ਵਿਰਾਗ ਪੁਨ ਐਸ਼ਵਰਜ ਸ਼੍ਰੇ ਵਿਗਿਆਨ। ਇਹ ਖੜ ਭਗਾਂ ਸੰਪੰਨ ਜੋ ਤਾਹਿ ਕਹਿਤ ਭਗਵਾਨ। ਭਗਵੰਤ ਪਰਮਾਤਮਾ, ਸ਼ਕਤੀਆਂ ਦਾ ਮਾਲਕ ਵਾਹਿਗੁਰੂ ਤਾਂ ਹੀ ਜਪਿਆ ਜਾਂਦਾ। ਕੇਵਲ ਨਾਮ ਦਿਓ ਗੁਰਮੰਤ। ਮੇਰੇ ਸਤਿਗੁਰੂ ਜੀ ਨੇ ਜਿਹੜਾ ਮੈਨੂੰ ਮੰਤਰ ਦਿੱਤਾ ਹੈ, ਮੰਤ ਦਾ ਅਰਥ ਸਲਾਹ, ਮੰਤ ਦਾ ਅਰਥ ਹੈ ਮਸ਼ਵਰਾ, ਸਲਾਹ, ਉਪਦੇਸ਼, ਮੰਤਰ। ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਉਪਦੇਸ਼ ਦਿੱਤਾ ਉਹ ਕੇਵਲ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ ਹੈ। ਨਾਨਕ ਕਹਿ ਘਰ ਕੇਵਲ ਨਾਮ, ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕੇਵਲ ਤੇ ਕੇਵਲ ਗੁਰਾਂ ਨੇ ਜੋ ਆਪਣੇ ਮੁਖ ਤੋਂ ਉਪਦੇਸ਼ ਦਿੱਤਾ, ਜੋ ਮੰਤਰ ਦਿੱਤਾ, ਉਹ ਵਾਹਿਗੁਰੂ ਦੇ ਨਾਮ ਦਾ ਹੈ। ਤਜ ਅਭਿਮਾਨ ਭਏ ਨਿਰਵੈਰ। ਜਿਨ੍ਹਾਂ ਨੇ ਸਾਧ ਸੰਗ 'ਚ ਮਿਲ ਕੇ ਜਪਿਆ ਪਰਮੇਸ਼ਰ ਨੂੰ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਮੰਤਰ ਬਖਸ਼ਿਆ ਨਾਮ ਦਾ, ਉਹਨਾਂ ਦੇ ਹਿਰਦੇ ਅੰਦਰੋਂ ਹੰਕਾਰ ਨਿਵਰਤ ਹੋ ਗਿਆ। ਉਹਨਾਂ ਨੇ ਅਭਿਮਾਨ, ਹਿਰਦੇ ਦਾ ਮਾਣ ਬਿਲਕੁਲ ਛੱਡ ਦਿੱਤਾ। ਭਏ ਨਿਰਵੈਰ, ਤੇ ਨਾ ਹੀ ਉਹਨਾਂ ਦੇ ਅੰਦਰ ਕੋਈ ਵੈਰ ਭਾਵਨਾ ਰਹਿ ਗਈ ਕਿਸੇ ਨਾਲ। ਉਹ ਕਹਿੰਦੇ ਕਿਹਦੇ ਨਾਲ ਵੈਰ ਕਰੀਏ, ਸਭਨਾ ਵਿੱਚ ਤਾਂ ਵਾਹਿਗੁਰੂ ਦੀ ਜੋਤ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸੋ ਸਾਧ ਸੰਗ ਚਿੰਤ ਬਿਰਾਨੀ ਛਾਡੀ, ਅਹੰ ਬੁੱਧ ਮੋਹ ਬਨ ਬਾਸਨ, ਜੇਕਰ ਗੜਹਾ ਗਾਡੀ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ। ਨਾ ਸਾਡਾ ਕੋਈ ਦੁਸ਼ਮਣ, ਨਾ ਕਿਸੇ ਦੇ ਵੈਰੀ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਇਸ ਪ੍ਰਕਾਰ ਅਭਿਮਾਨ, ਹਿਰਦੇ ਦਾ ਮਾਣ ਵੀ ਛੱਡਿਆ ਗਿਆ ਹੈ ਤੇ ਨਿਰਵੈਰ ਪੁਰਖ ਵੀ ਹੋ ਗਏ। ਪਰਮਾਤਮਾ ਵੀ ਮਾਣ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਇਸ ਤਰ੍ਹਾਂ ਦੇ ਉਹ ਬਣ ਗਏ। ਆਠ ਪਹਿਰ ਪੂਜੋ ਗੁਰ ਪੈਰ। ਇਸ ਕਰਕੇ ਭਾਈ ਤੁਸੀਂ ਵੀ 8 ਪਹਿਰ ਸਤਿਗੁਰਾਂ ਦੇ ਚਰਨਾਂ ਦੀ ਪੂਜਾ ਕਰੋ। ਸਤਿਗੁਰੂ ਦੇ ਚਰਨਾਂ ਨਾਲ ਜੁੜੇ ਰਹੋ, ਭਾਵਨਾ ਰੱਖੋ, ਸਤਿਗੁਰੂ ਦੇ ਸ਼ਬਦ ਨਾਲ ਜੁੜੇ ਰਹੋ। 8 ਪਹਿਰ ਉਹ ਪੂਜਦੇ ਹਨ ਸਤਿਗੁਰਾਂ ਦੇ ਚਰਨਾਂ ਨੂੰ। ਅਥਵਾ ਆਪਣੇ ਬਾਰੇ ਹਜ਼ੂਰ ਕਹਿ ਰਹੇ ਨੇ, ਅਬ ਮਤ ਬਿਨਸੀ ਦੁਸ਼ਟ ਬੇਗਾਨੀ। ਹੁਣ ਜਿਹੜੀ ਦੁਸ਼ਟਤਾਈ ਵਾਲੀ ਮਤ ਸੀ ਨਾ, ਦੁਸ਼ਟ ਮਤ, ਦੁਰਮਤ, ਭੈੜੀ ਮਤ, ਉਹ ਬਿਨਸ ਗਈ ਹੈ। ਬੇਗਾਨੀ, ਇਹਦੇ 2 ਤਰ੍ਹਾਂ ਨਾਲ ਅਰਥ ਕੀਤੇ ਨੇ। ਜਿਹਦੇ ਵਿੱਚ ਗਿਆਨ ਹੈ ਨਹੀਂ ਉਹ ਮਤ ਬੇਗਿਆਨੀ। ਸੋ ਇਸੇ ਪ੍ਰਕਾਰ ਬੇਗਿਆਨੀ, ਬੇਸਮਝਾਂ ਵਾਲੀ ਮਤ, ਤੇ ਬੇਗਾਨੀ ਪਰਾਈ ਮਤ, ਜਿਹੜੀ ਹੋਰ ਸੰਸਾਰ ਵਿੱਚੋਂ ਮਤ ਲਈ ਬੰਦੇ ਨੇ। ਜਿਹੜੀ ਮਤ ਨੇ ਧਾਰਨ ਕੀਤੀ ਹੈ ਨਾ, ਉਹ ਬੇਗਾਨੀ ਮਤ ਸੀ, ਗੁਰੂ ਸਾਹਿਬ ਦੀ ਮਤ ਨਹੀਂ ਸੀ, ਆਪਣੇ ਸਤਿਗੁਰੂ ਦੀ ਮਤ ਨਹੀਂ ਸੀ, ਬੇਗਾਨੀ ਮਤ ਸੀ, ਬੇਗਾਨਗੀ ਵਾਲੀ ਮਤ ਸੀ, ਪਰਾਈ ਮਤ ਸੀ। ਉਹ ਦੁਸ਼ਟਤਾਈ ਵਾਲੀ ਪਰਾਈ ਮਤ ਹਿਰਦੇ 'ਚੋਂ ਬਿਨਸ ਗਈ ਹੈ। ਕਦੋਂ ਬਿਨਸੀ ਜੀ? ਜਬ ਤੇ ਸੁਣਿਆ ਹਰ ਜਸ ਕਾਨੀ। ਜਦੋਂ ਤੋਂ ਅਸੀਂ ਸੁਣਨ ਲੱਗ ਪਏ ਕੰਨਾਂ ਦੇ ਨਾਲ ਹਰੀ ਦੇ ਜਸ ਨੂੰ। ਸੋ ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਜਿਹੜੇ ਸਾਧ ਸੰਗ 'ਚ ਮਿਲ ਕੇ ਜਪਦੇ ਹਨ ਵਾਹਿਗੁਰੂ ਨੂੰ, ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਕੇਵਲ ਗੁਰਮੰਤਰ ਨਾਮ ਵਜੋਂ ਦਿੱਤਾ ਹੈ, ਨਾਮ ਬਖਸ਼ਿਆ ਹੈ ਗੁਰਮੰਤਰ ਵਜੋਂ, ਅਭਿਮਾਨ ਛੱਡ ਕੇ ਨਿਰਵੈਰ ਹੋਏ 8 ਪਹਿਰ ਸਤਿਗੁਰਾਂ ਦੇ ਚਰਨਾਂ ਦੀ ਪੂਜਾ ਕਰਦੇ ਨੇ। ਉਹਨਾਂ ਦੀ ਹੁਣ ਦੁਸ਼ਟ ਬੇਗਾਨੀ ਮਤ ਬਿਨਸ ਗਈ ਜਦੋਂ ਤੋਂ ਉਹਨਾਂ ਨੇ ਸਤਿਗੁਰਾਂ ਦੇ ਪਾਸੋਂ ਹਰੀ ਜਸ ਕੰਨਾਂ ਨਾਲ ਸੁਣਿਆ। ਰਹਾਓ ਸਹਿਜ ਸੂਖ ਆਨੰਦ ਨਿਧਾਨ।
ਉਹਨਾਂ ਨੂੰ ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਹੋਈ ਹੈ। ਉਹਨਾਂ ਨੂੰ ਆਤਮਿਕ ਸੁਖ ਮਿਲਿਆ, ਅੰਦਰ ਦੇ ਟਿਕਾਅ ਵਾਲਾ ਸੁਖ ਮਿਲਿਆ ਹੋਇਆ, ਆਨੰਦ ਨਿਦਾਨ। ਉਹ ਆਨੰਦ ਦਾ ਖਜ਼ਾਨਾ ਹੀ ਬਣ ਗਿਆ, ਅਥਵਾ ਆਨੰਦ ਦਾ ਨਿਦਾਨ ਖਜ਼ਾਨਾ ਜੋ ਵਾਹਿਗੁਰੂ ਹੈ, ਉਹਦਾ ਗਿਆਨ ਮਿਲ ਗਿਆ ਉਹਨਾਂ ਨੂੰ। ਪਰਮਾਤਮਾ ਨਿਤ ਤ੍ਰਿਪਤ, ਨਿਤ ਮੁਕਤ, ਨਿਤ ਆਨੰਦ ਸਰੂਪ ਹੈ, ਸੁਖ ਸਰੂਪ ਵੀ ਹੈ। ਇਸ ਪ੍ਰਕਾਰ ਉਹ ਆਪ ਵੀ ਆਨੰਦ ਦੇ ਖਜ਼ਾਨੇ ਬਣ ਗਏ ਨੇ। ਰਾਖਨਹਾਰ ਰੱਖ ਲੈ ਨਿਦਾਨ। ਨਿਦਾਨ ਦਾ ਅਰਥ ਹੈ ਅੰਤ। ਅੰਤ ਅਖੀਰ ਨੂੰ ਰੱਖਣਹਾਰ ਪਰਮਾਤਮਾ ਰੱਖ ਹੀ ਲੈਂਦਾ ਆਪਣੇ ਪਿਆਰਿਆਂ ਨੂੰ। ਸੰਸਾਰ ਵਿੱਚ ਡੁੱਬਣ ਨਹੀਂ ਦਿੰਦਾ, ਜੰਮਣ ਮਰਨ ਤੋਂ ਬਚਾ ਲੈਂਦਾ, ਵਿਕਾਰਾਂ ਤੋਂ ਬਚਾ ਲੈਂਦਾ, ਜਮਾਂ ਤੋਂ ਰਾਖੀ ਕਰਦਾ। ਉਹ ਰੱਖਣਹਾਰ ਹੈ ਪਰਮਾਤਮਾ। ਦੁੱਖ ਦਰਦ ਬਿਨਸੇ ਭੈ ਭਰਮ। ਉਹਨਾਂ ਨੂੰ ਕੋਈ ਦੁੱਖ ਨਹੀਂ ਰਹਿ ਗਿਆ। ਸੋ ਇਸ ਪ੍ਰਕਾਰ ਵਿਛੋੜੇ ਦਾ ਦੁੱਖ, ਜੋ ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਵੱਡਾ ਹੈ, ਅਤੇ ਦਰਦ ਜੰਮਣ ਮਰਨ ਦੀਆਂ ਦਰਦਾਂ, ਪੀੜਾਂ, ਹਰ ਤਰ੍ਹਾਂ ਦਾ ਦੁਨਿਆਵੀ ਡਰ ਅਤੇ ਭਰਮ 5 ਪ੍ਰਕਾਰ ਦਾ, ਇਹ ਸਭ ਬਿਨਸ ਗਏ ਹਨ। ਨਾ ਕੋਈ ਦੁੱਖ ਰਿਹਾ, ਨਾ ਦਰਦ ਪੀੜਾ ਰਹੀ, ਨਾ ਭੈ ਰਿਹਾ, ਡਰ, ਨਾ ਭਰਮ। ਆਵਣ ਜਾਣ ਰੱਖੇ ਕਰ ਕਰਮ। ਅਕਾਲ ਪੁਰਖ ਪਰਮਾਤਮਾ ਨੇ ਆਪਣਾ ਕਰਮ ਬਖਸ਼ਿਸ਼ ਕਰਕੇ ਉਹ ਆਉਣ ਜਾਣ ਤੋਂ ਰੱਖਿਆ ਕੀਤੀ ਹੈ, ਜੰਮਣ ਮਰਨ ਤੋਂ ਰੱਖਿਆ ਕੀਤੀ ਹੈ। ਆਉਣਾ ਜਾਣਾ ਮੁਕਾ ਦਿੱਤਾ ਉਹਨਾਂ ਦਾ, ਆਉਣ ਜਾਣ ਤੋਂ ਰੱਖ ਲਏ, ਬਚਾ ਲਏ ਜਾਣੇ, ਰਹਿਤ ਕਰ ਦਿੱਤੇ ਆਉਣ ਜਾਣ ਤੋਂ। ਵੇਖਿਆ, ਬੋਲਿਆ, ਸੁਣਿਆ ਸਭ ਆਪ। ਹੁਣ ਹਜ਼ੂਰ ਸਾਨੂੰ ਸਿੱਖਿਆ ਪ੍ਰਦਾਨ ਕਰ ਰਹੇ ਨੇ ਕਿ ਭਾਈ ਵਾਹਿਗੁਰੂ ਪਰਮਾਤਮਾ ਆਪ ਹੀ ਸਾਰੇ ਜੀਆਂ 'ਚ ਬੈਠਾ ਵੇਖ ਰਿਹਾ, ਸਾਰਿਆਂ ਜੀਆਂ ਦੇ ਵਿੱਚ ਬੈਠਾ ਆਪ ਹੀ ਬੋਲਦਾ ਹੈ, ਆਪ ਹੀ ਸਭ ਦੀਆਂ ਦਾਦ ਫਰਿਆਦਾਂ, ਪੁਕਾਰਾਂ ਜਾਂ ਸਭ ਦੀ ਗੱਲਬਾਤ ਸੁਣਦਾ ਵੀ ਆਪ ਹੀ ਹੈ। ਸਦਾ ਸੰਗ ਤਾ ਕਉ ਮਨ ਜਾਪ। ਆਪਣੇ ਮਨ ਨੂੰ ਸਮਝਾਓ ਭਈ ਵਾਹਿਗੁਰੂ ਅਕਾਲ ਪੁਰਖ ਦਾ ਮਨਾ ਸਦਾ ਹੀ ਤੇਰੇ ਅੰਗ ਸੰਗ ਹੈ, ਸਦਾ ਹੀ ਸੰਗ ਸਾਥ ਹੈ। ਮਨਾ ਇਸ ਵਾਸਤੇ ਉਸ ਪਰਮਾਤਮਾ ਦਾ ਜਾਪ ਕਰ, ਉਸ ਵਾਹਿਗੁਰੂ ਨੂੰ ਜੋ ਸੰਗ ਵਸਦਾ ਜਾਪ ਜਾਣ ਲੈ। ਵਾਹਿਗੁਰੂ ਨੂੰ, ਪਰਮਾਤਮਾ ਨੂੰ ਸਦਾ ਸੰਗ ਜਾਪ ਜਾਣ, ਤੇ ਇੰਝ ਜਾਣ ਕੇ ਸਦਾ ਹੀ ਉਸ ਦਾ ਜਾਪ ਕਰ, ਸਿਮਰਨ ਕਰ, ਜਪ ਵਾਹਿਗੁਰੂ। ਸੰਤ ਪ੍ਰਸਾਦ ਭਇਓ ਪ੍ਰਗਾਸ। ਜਿਨ੍ਹਾਂ ਤੇ ਸੰਤ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਹੈ, ਸੰਤ ਜਨ ਤੁੱਠੇ ਹਨ, ਉਹਨਾਂ ਦੇ ਅੰਦਰ ਹੋ ਗਿਆ ਹੈ ਪ੍ਰਗਾਸ, ਚਾਨਣ। ਪੂਰ ਰਹੇ ਏਕੈ ਗੁਣਤਾਸ ਕੀ ਚਾਨਣ ਹੋਇਆ। ਤੇ ਇੱਕੋ ਇੱਕ ਗੁਣਾਂ ਦਾ ਖਜ਼ਾਨਾ ਪਰਮਾਤਮਾ ਹੀ ਪਰਿਪੂਰਨ ਹੋ ਰਿਹਾ ਹੈ, ਭਰਪੂਰ ਹੋ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਕਹਿਤ ਪਵਿੱਤਰ ਸੁਣਤ ਪੁਨੀਤ। ਜਿਹੜੇ ਕਹਿੰਦੇ ਹਨ ਵਾਹਿਗੁਰੂ ਦੇ ਜਸ ਨੂੰ, ਵਾਹਿਗੁਰੂ ਦੇ ਨਾਮ ਨੂੰ ਬੋਲਦੇ ਹਨ, ਉਹ ਪਵਿੱਤਰ ਹੋ ਗਏ। ਤੇ ਸੁਣਤ ਪੁਨੀਤ, ਸੁਣਨ ਵਾਲੇ ਪੁਨੀਤ, ਪਵਿੱਤਰ, 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 ਪੁਨੀਤ। ਪੁਨੀਤ ਪਵਿੱਤਰਤਾ ਦੀ ਸਿਖਰ ਹੈ। ਕਹਿੰਦੇ ਸੁਣਨ ਵਾਲੇ ਬਿਲਕੁਲ ਹੀ ਪਵਿੱਤਰ ਹੋ ਗਏ, ਪੁਨੀਤ ਹੋ ਗਏ। ਗੁਣ ਗੋਬਿੰਦ ਗਾਵਹਿ ਨਿਤ ਨੀਤ। ਉਹ ਗੁਰਮੁਖ ਪਿਆਰੇ ਨਿਤ ਨੀਤ, ਰੋਜ਼ ਰੋਜ਼, ਸਦੀਵੀ, ਹਮੇਸ਼ਾ, ਰੋਜ਼ਾਨਾ ਹੀ ਗੋਬਿੰਦ, ਜੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਜੋ ਗੋ ਸ੍ਰਿਸ਼ਟੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ। ਐਸੇ ਜੋ ਵਾਹਿਗੁਰੂ ਜੀ ਹਨ, ਉਹਨਾਂ ਦੇ ਗੁਣਾਂ ਨੂੰ ਨਿਤ ਨਿਤ, ਰੋਜ਼ ਰੋਜ਼ ਉਹ ਗਾਉਂਦੇ ਹਨ। ਕਹੋ ਨਾਨਕ ਜਾ ਕਉ ਹੋ ਕਿਰਪਾਲ। ਹੁਣ ਵਾਹਿਗੁਰੂ ਦੇ ਸਨਮੁਖ ਫਿਰ ਬਚਨ ਕਰ ਰਹੇ ਗੁਰੂ ਅਰਜਨ ਦੇਵ ਜੀ। ਹੇ ਵਾਹਿਗੁਰੂ, ਕਹੋ ਨਾਨਕ ਜਾ ਕਉ ਹੋ ਕਿਰਪਾਲ। ਭਾਈ ਇੰਝ ਬੇਨਤੀ ਕਰੋ, ਤੁਸੀਂ ਵੀ ਕਹੋ ਕਿ ਹੇ ਵਾਹਿਗੁਰੂ ਜੀ, ਜਿਸ ਦੇ ਉੱਪਰ ਤੁਸੀਂ ਕਿਰਪਾਲੂ ਦਿਆਲੂ ਹੁੰਦੇ ਹੋ ਨਾ, ਤਿਸ ਜਨ ਕੀ ਸਭ ਪੂਰਨ ਘਾਲ। ਉਸ ਜਨ ਸੇਵਕ ਦੀ ਘਾਲਣਾ ਘਾਲੀ ਹੋਈ ਪੂਰਨ ਹੋ ਗਈ। ਜਿਸ ਤੇ ਵਾਹਿਗੁਰੂ ਕਿਰਪਾਲੂ ਹੋ ਜਾਏ ਤੇ ਘਾਲਣਾ ਸਫਲ ਹੋ ਗਈ। ਜੇ ਵਾਹਿਗੁਰੂ ਨੇ ਤੁੱਠਾ ਤੇ ਹੋ ਸਕਦਾ ਘਾਲਣਾ ਕਿਸੇ ਅਰਥ ਨਾ ਹੋਏ। ਤਾਂ ਹੀ ਸਤਿਗੁਰੂ ਕਹਿੰਦੇ ਹੰਗਤਾ ਛੱਡ ਦਿਓ ਨਾ। ਇਹ ਤਾਂ ਦਰਵਾਜ਼ਾ ਮੱਲ ਕੇ ਬਹਿਣ ਵਾਲੀ ਗੱਲ ਹੈ। ਜਿਹੜਾ ਸਿਮਰਨ ਭਜਨ ਕਰਨਾ, ਸੇਵਾ ਕਰਨੀ ਹੈ, ਵਾਹਿਗੁਰੂ ਨੂੰ ਯਾਦ ਕਰਨਾ, ਇਹ ਤਾਂ ਬੇਨਤੀਆਂ ਨੇ। ਇਹਦਾ ਮਾਣ ਕਾਹਦਾ? ਅਤੇ ਮਨੁੱਖ ਇਸ ਕਰਮ ਦਾ ਵੀ ਮਾਣ ਕਰੀ ਜਾਂਦਾ, ਫਿਰ ਪ੍ਰਵਾਨ ਕਿਵੇਂ ਚੜ੍ਹੇਗਾ। ਸੋ ਇਸ ਪ੍ਰਕਾਰ ਵਾਹਿਗੁਰੂ ਜਿਸ 'ਤੇ ਕਿਰਪਾਲੂ ਦਿਆਲੂ ਹੁੰਦੇ ਨੇ, ਉਹਨਾਂ ਦੀ ਘਾਲਣਾ ਘਾਲੀ ਹੋਈ ਪੂਰਨ ਹੋ ਗਈ ਦਾ ਮਤਲਬ ਸਫਲੀ ਹੋ ਗਈ, ਥਾਂ ਪੈ ਗਈ, ਵਾਹਿਗੁਰੂ ਨੂੰ ਪਸੰਦ ਆ ਗਈ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀ ਜਾਏ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਗੌੜੀ
ਰਾਗਣੀ ਦੀ ਗੁਆਰੇਰੀ ਵੰਨਗੀ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਆਪਣਾ ਅਗਲਾ ਬਚਨ ਉਚਾਰਦੇ ਹਨ। ਹਜ਼ੂਰ ਕਹਿੰਦੇ ਨੇ ਬੰਧਨ ਤੋੜ ਬੁਲਾਵੈ ਰਾਮ। ਸਤਿਗੁਰੂ ਦੀ ਮਹਿਮਾ ਦਰਸਾ ਰਹੇ ਨੇ। ਅੱਗੇ ਬਚਨ ਆਉਣਗੇ ਉੱਥੋਂ ਸਿੱਧ ਹੁੰਦਾ ਕਿ ਸਤਿਗੁਰੂ ਕਿਹੋ ਜਿਹਾ ਹੁੰਦਾ ਜੀ, ਸਤਿਗੁਰੂ ਦੀ ਨਿਸ਼ਾਨੀ ਕੀ ਹੈ ਜੀ। ਤਾਂ ਹਜ਼ੂਰ ਕਹਿੰਦੇ ਨੇ ਜੋ ਸਤਿਗੁਰੂ ਹੈ ਉਹ ਸਿੱਖ ਦੇ ਬੰਧਨ ਤੋੜ ਕੇ ਨਾ ਬੁਲਾਵੈ ਰਾਮ, ਰਾਮ ਦਾ ਨਾਮ ਬੁਲਾਉਂਦਾ ਹੈ। ਜਿਹੜੇ ਕਰੜ ਹਨ ਪਏ ਹੋਏ ਅੰਦਰ ਸਾਡੇ ਬੰਧਨ ਪਏ ਹੋਏ ਨੇ, ਮਨ ਨੂੰ ਬੰਧਨ ਪਏ ਹੋਏ ਨੇ ਕਿ ਮਨ ਸੰਸਾਰ 'ਚ ਰਹਿੰਦਾ, ਇਹ ਸਤਿਗੁਰੂ ਬਖਸ਼ਿਸ਼ ਕਰਕੇ ਬੰਧਨ ਤੋੜਦੇ ਨੇ ਅਤੇ ਰਾਮ ਦਾ ਨਾਮ ਬੁਲਾਉਂਦੇ ਹਨ। ਸਿੱਖ ਨੂੰ ਨਾਮ ਲੈਣ ਲਾ ਦਿੰਦੇ ਆ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਵਾਉਂਦਾ ਹੈ ਗੁਰੂ। ਮਨ ਮਹਿ ਲਾਗੈ ਸਾਚ ਧਿਆਨ, ਜਿਸ ਦੇ ਬੰਧਨ ਤੋੜ ਕੇ ਜਿਸ ਤੋਂ ਰਾਮ ਦਾ ਨਾਮ ਜਪਾਉਂਦੇ ਹਨ ਸਤਿਗੁਰੂ, ਉਸ ਦੇ ਮਨ ਹੀ ਮਨ ਅੰਦਰ ਸੱਚ ਸਰੂਪ ਪਰਮਾਤਮਾ ਦੇ ਸੱਚੇ ਨਾਮ ਦਾ ਧਿਆਨ ਲੱਗ ਜਾਂਦਾ ਹੈ। ਸਿਮਰਨ ਦੀ ਰੌ ਚੱਲ ਪੈਂਦੀ ਹੈ। ਵਾਹਿਗੁਰੂ ਦੀ ਯਾਦ ਲਗਾਤਾਰੀ ਬਣ ਜਾਂਦੀ ਹੈ ਮਨ ਦੇ ਅੰਦਰ। ਮਿਟਹਿ ਕਲੇਸ਼ ਸੁਖੀ ਹੋਏ ਰਹੀ ਹੈ। ਸਾਰੇ ਕਲੇਸ਼ ਰਾਗ ਦਵੈਸ਼ ਅਭਿਨਵੇਸ਼ ਅਵਿਦਿਆ ਅਸਮਤਾ, ਇਹ 5 ਕਲੇਸ਼ ਜੀਆਂ ਦੇ ਅੰਦਰ ਮਨਾਂ ਦੇ ਵਿੱਚ ਬੈਠੇ ਹੋਏ ਨੇ। ਇਹ ਸਾਰੇ ਕਲੇਸ਼ ਮਿਟ ਜਾਂਦੇ ਹਨ ਅਤੇ ਸੁਖੀ ਹੋਏ ਰਹੀ ਹੈ। ਸੁਖੀ ਹੋ ਕੇ ਰਹੀਦਾ ਹੈ। ਕੌਣ ਰਹਿੰਦਾ ਸੁਖੀ ਜੀ? ਕਿਵੇਂ ਸੁਖੀ ਹੋ ਕੇ ਰਹਿੰਦਾ? ਐਸਾ ਦਾਤਾ ਸਤਿਗੁਰੂ ਕਹੀ ਹੈ। ਐਸਾ ਦਾਤਾ ਸਤਿਗੁਰੂ ਕਹੀਦਾ ਹੈ। ਸਤਿਗੁਰੂ ਮਹਾਰਾਜ ਜੀ ਐਸੇ ਦਾਤੇ ਕਹੀਦੇ ਹਨ। ਭਾਵ ਸਤਿਗੁਰੂ ਜੀ ਇਹੋ ਜਿਹੇ ਦਾਤੇ ਹਨ। ਇਹੋ ਜਿਹੇ ਵਿਅਕਤੀ ਨੂੰ ਸਤਿਗੁਰੂ ਦਾਤਾ ਕਹਿਣਾ ਬਣਦਾ ਹੈ ਜੋ ਸਤਿਗੁਰੂ ਜੀ ਐਸੇ ਹੋਣ। ਸੋ ਸੁਖ ਦਾਤਾ ਜੇ ਨਾਮ ਜਪਾਵੈ। ਕਹਿੰਦੇ ਅਸਲੀ ਸੁੱਖਾਂ ਦਾ ਦਾਤਾ ਉਹ ਹੈ ਜੋ ਪਰਮਾਤਮਾ ਦਾ ਨਾਮ ਜਪਾਉਂਦਾ ਹੈ। ਸਤਿਗੁਰੂ ਨੇ 10 ਜਾਮਿਆਂ 'ਚ ਜ਼ੋਰ ਹੀ ਇਸ ਵਚਨ ਦਾ ਦਿੱਤਾ, ਪਸੰਦ ਹੀ ਇਸ ਚੀਜ਼ ਨੂੰ ਕੀਤਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪਿਆ ਉਹ ਰਹਿ ਨਾਮ ਜਪਾਇਆ। ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਾਇਆ ਅਤੇ ਇਸ ਨਾਮ ਵਿੱਚੋਂ ਹੀ ਅਸਲੀ ਸੁੱਖ ਲੱਭਣਾ ਹੈ। ਜੋ ਕੇਵਲ ਵਰਦਾਨ ਦਈਏ ਮਾਇਆ, ਜਿਵੇਂ ਸ਼ਿਵ ਜੀ ਦੀ ਉਪਾਸਨਾ ਕਰਦੇ ਨੇ, ਸੰਪੈ ਕੋਈ ਸਿਰ ਧਿਆਈ ਹੈ। ਮਹਾਰਾਜ ਕਹਿੰਦੇ ਸੰਪਤੀ ਜਾਇਦਾਦ ਵਾਸਤੇ ਲੋਕ ਸ਼ਿਵ ਦਾ ਧਿਆਨ ਧਰੀ ਜਾਂਦੇ, ਉਹਨੂੰ ਧਿਆਈ ਜਾਂਦੇ ਨੇ। ਪਰ ਸੰਪੈ ਪੁਰਬ ਲਿਖੇ ਕੀ ਪਾਈ ਹੈ। ਸੰਪਤੀ ਜਾਇਦਾਦ ਜੋ ਪੂਰਬਲੇ ਕਰਮ ਕੀਤੇ ਹੋਏ ਨੇ ਉਹਦੇ ਅਨੁਸਾਰ ਲੇਖ ਲਿਖਿਆ ਹੋਇਆ ਉਹਨਾਂ ਲੇਖਾਂ ਮੁਤਾਬਕ ਮਿਲੇਗੀ। ਲਿਖਦਾਤ ਜੋਤ ਵਡਿਆਈ। ਜੇ ਕਰਮ ਹੀ ਨਹੀਂ ਕਮਾਏ ਹਨ ਅਤੇ ਮਿਲ ਵੀ ਜਾਏ ਤਾਂ ਇਹ ਸੁਖਦਾਈ ਨਹੀਂ ਹੋਵੇਗੀ। ਸੰਪਤੀ ਜਾਇਦਾਦ ਇਕੱਲੀ ਪੈਸਾ ਧੇਲਾ। ਸੋ ਇਸ ਪ੍ਰਕਾਰ ਸੋ ਸੁਖ ਦਾਤਾ ਜੇ ਨਾਮ ਜਪਾਵੈ। ਅਸਲੀ ਸੁੱਖਾਂ ਦਾ ਦਾਤਾ ਸਤਿਗੁਰੂ ਉਹ ਹੀ ਹੈ ਜੋ ਪਰਮੇਸ਼ਰ ਦਾ ਨਾਮ ਜਪਾਉਂਦਾ। ਕਰ ਕਿਰਪਾ ਤਿਸ ਸੰਗ ਮਿਲਾਵੈ। ਔਰ ਉਹ ਸਤਿਗੁਰੂ ਕਿਰਪਾ ਕਰਕੇ ਉਸ ਵਿਅਕਤੀ ਨੂੰ ਵਾਹਿਗੁਰੂ ਦੇ ਸੰਗ ਸਾਥ ਮਿਲਾ ਦਿੰਦਾ, ਪਰਮਾਤਮਾ ਵਿੱਚ ਭੇਦ ਕਰਾ ਦਿੰਦਾ ਹੈ। ਰਹਾਓ ਹੁਣ ਬਚਨ ਕਰਦੇ ਨੇ, ਜਿਸ ਹੋਏ ਦਇਆਲ ਤਿਸ ਆਪ ਮਿਲਾਵੈ। ਜਿਸ ਦੇ ਉੱਪਰ ਵਾਹਿਗੁਰੂ ਜੀ ਦਇਆਲੂ ਕਿਰਪਾਲੂ ਹੁੰਦੇ ਨੇ। ਦੋਵਾਂ ਦੀ ਦਿਆਲਤਾ ਚਾਹੀਦੀ ਹੈ। ਪਹਿਲਾਂ ਜਿਸ ਦੇ ਉੱਪਰ ਵਾਹਿਗੁਰੂ ਜੀ ਦਇਆਲੂ ਹੁੰਦੇ ਨੇ ਤਿਸ ਆਪ ਮਿਲਾਵਾ। ਤਿਸ ਦੇ ਤਾਈਂ ਆਪ ਬਖਸ਼ਿਸ਼ ਕਰਕੇ ਗੁਰੂ ਮਹਾਰਾਜ ਨਾਲ ਮਿਲਾਉਂਦਾ ਵਾਹਿਗੁਰੂ, ਅਤੇ ਸਰਬ ਨਿਧਾਨ ਗੁਰੂ ਤੇ ਪਾਵੇ। ਫਿਰ ਸਾਰੇ ਖਜ਼ਾਨੇ ਉਹ ਸੇਵਕ ਜਿਸ ਦੇ ਉੱਪਰ ਪ੍ਰਮਾਤਮਾ ਨੇ ਦਇਆ ਕੀਤੀ, ਗੁਰੂ ਦਾ ਮਿਲਾਪ ਕਰਾ ਦਿੱਤਾ। ਇਹ ਐਵੇਂ ਤਾਂ ਨਹੀਂ ਨਾ ਹੋ ਜਾਂਦਾ ਪੂਰੇ ਗੁਰੂ ਨਾਲ ਮਿਲਾਪ। ਉਹ ਫਿਰ ਸਾਰੇ ਖਜ਼ਾਨੇ ਗੁਰੂ ਮਹਾਰਾਜ ਦੁਆਰਾ ਪ੍ਰਾਪਤ ਕਰ ਲੈਂਦਾ ਹੈ। ਆਪ ਤਿਆਗ ਮਿਟਾ ਆਵਣ ਜਾਣਾ। ਸਤਿਗੁਰੂ ਦੇ ਬਚਨਾਂ ਦੁਆਰਾ, ਸਤਿਗੁਰੂ ਦੇ ਦਰਸ਼ਨਾਂ ਦੁਆਰਾ, ਸਤਿਗੁਰੂ ਦੀ ਬਖਸ਼ਿਸ਼ ਨਾਲ ਫਿਰ ਆਪਾ ਤਿਆਗਿਆ ਜਾਂਦਾ। ਆਪਾ ਭਾਵ ਹੰਕਾਰ, ਆਪਣੇ ਆਪ ਦਾ ਮਾਣ ਤਿਆਗ ਕੇ ਫਿਰ ਮਿਟਦਾ ਹੈ ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ। ਸਾਧ ਕੇ ਸੰਗ ਪਾਰ ਬ੍ਰਹਮ ਪਛਾਣਾ। ਜਿਨ੍ਹਾਂ ਦਾ ਆਪਾ ਮਿਟ ਗਿਆ ਹੈ ਉਸਨੇ ਸਾਧੂ ਸਤਿਗੁਰਾਂ ਦੀ ਸੰਗਤ ਵਿੱਚ, ਸਾਧੂ ਸੁਧਰੇ ਹੋਏ ਮਨ ਵਾਲੇ ਗੁਰਮੁਖ ਦੀ ਸੰਗਤ ਦੁਆਰਾ ਪਾਰ ਬ੍ਰਹਮ ਜੋ ਸੰਸਾਰ ਤੋਂ ਪਰੇ ਹੈ, ਬ੍ਰਹਮ ਸ਼ੁੱਧ ਸਰੂਪ ਹੈ, ਪਾਪਾਂ ਪੁੰਨਾਂ ਤੋਂ ਪਰੇ ਹੈ, ਉਸ ਪਾਰ ਬ੍ਰਹਮ ਪਰਮਾਤਮਾ ਦੀ ਜੋਤ ਨੂੰ ਪਛਾਣ ਲਿਆ ਹੈ। ਜਨ ਉੱਪਰ ਪ੍ਰਭ ਭਏ ਦਇਆਲ। ਜਿਹੜਾ ਜਨ ਬਣਿਆ ਨਾ ਵਾਹਿਗੁਰੂ ਦਾ ਸੇਵਕ ਬਣਿਆ, ਉਸ ਦੇ ਉੱਪਰ ਪ੍ਰਭੂ ਅਕਾਲ ਪੁਰਖ ਜੀ ਦਇਆਲੂ ਹੋਏ।
ਜਨ ਕੀ ਟੇਕ ਏਕ ਗੋਪਾਲ, ਪਰ ਉਸ ਜਨ ਤੇ ਦਿਆਲੂ ਹੋਏ ਨੇ ਜਿਹਦੀ ਟੇਕ ਇੱਕ ਗੋਪਾਲ ਪਰਮਾਤਮਾ ਤੇ ਹੀ ਹੈ, ਜਿਹਨੇ ਹੋਰ ਟੇਕਾਂ ਆਸਰੇ ਸਹਾਰੇ ਮਨ ਵਿੱਚ ਨਹੀਂ ਧਾਰਨ ਕੀਤੇ ਹੋਏ। ਹੋਰ ਦਾ ਸਹਾਰਾ ਉਹ ਮਾਣ ਆ ਮਨ 'ਚ ਵੀ ਮੈਨੂੰ ਫਲਾਣੇ ਦਾ ਸਹਾਰਾ, ਮੇਰੇ ਕੋਲ ਧਨ ਬੜਾ, ਮੇਰੇ ਮਿੱਤਰ ਬੜੇ ਨੇ, ਮੇਰੇ ਰਾਜਨੀਤਿਕ ਲੋਕਾਂ ਨਾਲ ਸਾਂਝ ਹੈ, ਤਾਂ ਆਪਣਾ ਗਰੂਰ ਆ ਨਾ। ਜਿਸ ਜਨ ਦੀ ਟੇਕ ਓਟ ਸਹਾਰਾ ਮਨ ਵਿੱਚ ਕੇਵਲ ਇੱਕੋ ਇੱਕ ਪਰਮਾਤਮਾ ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ, ਉਸ ਦਾ ਸਹਾਰਾ। ਏਕਾ ਲਿਵ ਇੱਕੋ ਮਨ ਭਾਵ, ਇੱਕ ਪਰਮਾਤਮਾ ਵੱਲ ਹੀ ਅੰਦਰ ਦੀ ਧੁਨ ਹੈ, ਅੰਦਰ ਦੀ ਲਗਨ ਹੈ, ਅੰਦਰੋਂ ਸੁਰਤ ਇੱਕ ਪਰਮਾਤਮਾ ਨਾਲ ਜੁੜੀ ਹੋਈ ਹੈ, ਅਤੇ ਮਨ ਅੰਦਰ ਇੱਕੋ ਪਰਮਾਤਮਾ ਨਾਲ ਹੀ ਭਾਵਨਾ ਹੈ। ਭਾਵ ਪ੍ਰੇਮ ਵੀ ਇੱਕ ਵਾਹਿਗੁਰੂ ਦਾ ਹੀ ਹੈ। ਸਰਬ ਨਿਧਾਨ ਜਨ ਕੈ ਹਰ ਨਾਉ, ਜਨ ਭਗਤ ਵਾਸਤੇ ਹਰੀ ਦਾ ਨਾਮ ਹੀ ਸਾਰੇ ਖਜ਼ਾਨੇ ਹੈ। ਸਾਰੇ ਖਜ਼ਾਨੇ ਪਰਮਾਤਮਾ ਦਾ ਨਾਮ ਹੀ ਹੈ ਉਹਦੇ ਵਾਸਤੇ, ਉਹਨੂੰ ਹੋਰ ਖਜ਼ਾਨਿਆਂ ਦੀ ਇੱਛਾ ਨਹੀਂ। ਤਾਂ ਹੀ ਭਗਤ ਕਬੀਰ ਜੀ, ਨਾਮਦੇਵ ਜੀ, ਗੁਰਦਾਸ ਜੀ ਨੇ ਧਨ ਥੋੜ੍ਹਾ, ਕੋਈ ਮਹਿਲ ਥੋੜ੍ਹਾ ਛੱਤ ਲਏ। ਚਾਹੁੰਦੇ ਤਾਂ ਉਹ ਮਿੱਟੀ ਨੂੰ ਸੋਨਾ ਬਣਾ ਸਕਦੇ ਸਨ, ਪਰ ਸੰਸਾਰ ਤਾਂ ਨਾਸਵੰਤਾ, ਉਹਨਾਂ ਉਸ ਅਵਸਥਾ 'ਚ ਪਹੁੰਚ ਗਏ ਜਿੱਥੇ ਜਾ ਕੇ ਬਰਾਗ ਹੀ ਬਰਾਗ ਹੈ। ਲਗਾ ਹੁੰਦਾ ਤਾਂ ਕੁਛ ਬਣਾਉਂਦੇ। ਇਹ ਤਾਂ ਹੋਰ ਸੀ ਨਾ, ਸਿੱਧ ਆਦਿਕ ਜੋਗੀ ਜਿਹੜੇ ਰਿੱਧੀਆਂ ਸਿੱਧੀਆਂ ਦੇ ਚਮਕਾਰੇ ਚਲਕਾਰੇ ਵਿਖਾ ਕੇ ਲੋਕਾਂ ਨੂੰ ਪੂਜਾ ਕਰਾਉਂਦੇ ਸੀ ਆਪਣੀ ਲੋਕਾਂ ਤੋਂ। ਸਰਬ ਨਿਧਾਨ ਜਨ ਕੈ ਹਰ ਨਾਉ, ਜਨ ਦੀ ਅਵਸਥਾ ਬਹੁਤ ਉੱਚੀ, ਉਹਦੇ ਵਾਸਤੇ ਹਰੀ ਦਾ ਨਾਮ ਹੀ ਸਾਰੇ ਖਜ਼ਾਨੇ ਹੈ। ਪਾਰ ਬ੍ਰਹਮ ਸੋ ਲਾਗੀ ਪ੍ਰੀਤ, ਇੱਕੋ ਇੱਕ ਪਾਰ ਬ੍ਰਹਮ ਪਰਮਾਤਮਾ ਨਾਲ ਹੀ ਉਸ ਦੀ ਪ੍ਰੀਤ ਲੱਗੀ ਹੋਈ ਹੈ, ਜਾਂ ਉਹਨਾਂ ਦੀ ਪ੍ਰੀਤ ਲੱਗੀ ਹੋਈ ਹੈ। ਨਿਰਮਲ ਕਰਨੀ ਸਾਚੀ ਰੀਤ, ਉਹਨਾਂ ਗੁਰਮੁਖਾਂ ਦੀ ਜਿਹੜੇ ਉਹ ਨੇ ਨਾ ਜਨ, ਉਹਨਾਂ ਦੀ ਕਰਨੀ ਬੜੀ ਨਿਰਮਲ, ਉਜਲ ਅਤੇ ਪਵਿੱਤਰ ਹੈ। ਜੋ ਕੁਛ ਵੀ ਕਰਦੇ ਨੇ ਪਵਿੱਤਰ ਕਰਮ ਹੀ ਹੁੰਦੇ ਨੇ। ਸਾਚੀ ਰੀਤ, ਜੀਵਨ ਦੀ ਮਰਿਆਦਾ ਰੀਤੀ। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਮੈਂ ਉਹਨਾਂ ਸੱਜਣਾ ਮਿੱਤਰਾਂ ਤੋਂ ਬਲਿਹਾਰ ਜਿਨ੍ਹਾਂ ਦੀਆਂ ਦੁਨੀਆ ਨਾਲੋਂ ਭਿੰਨ ਰੀਤੀਆਂ ਹਨ। ਉਹਨਾਂ ਦੀ ਜੀਵਨ ਦੀ ਮਰਿਆਦਾ ਰੀਤੀ, ਰਾਸ ਰਹੁ ਰੀਤੀ ਵੱਖਰੀ ਹੈ, ਸੱਚੀ ਹੈ। ਝੂਠੀ ਰੀਤ ਨਹੀਂ ਉਹਨਾਂ ਧਾਰਨ ਕੀਤੀ, ਐਵੇਂ ਬਨੌਟੀ ਜੀਆਂ ਰੀਤਾਂ ਰਿਵਾਜ਼ਾਂ ਨੂੰ ਧਾਰਨ ਕੀਤਾ ਸੰਸਾਰ ਨੇ। ਜੀਵਨ ਦੀ ਮਰਿਆਦਾ ਵੀ ਹੋਰ ਤਰ੍ਹਾਂ ਦੀ ਹੈ ਸੰਸਾਰ ਦੀ, ਪਰ ਉਸ ਗੁਰਮੁਖ ਦੀ ਰੀਤ ਸੱਚੀ ਹੈ। ਗੁਰਪੂਰੈ ਮੇਟਿਆ ਅੰਧਿਆਰਾ, ਪੂਰਿਆਂ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਅੰਦਰੋਂ ਅੰਧੇਰਾ ਜਿਹੜਾ ਨਹੀਂ ਸੀ ਨਾ ਅਗਿਆਨਤਾ ਦਾ, ਉਹ ਮਿਟਾਇਆ ਹੋਇਆ। ਨਾਨਕ ਕਾ ਪ੍ਰਭ ਅਪਰਪਾਰਾ, ਜਿਹੜਾ ਸਾਡਾ ਪ੍ਰਭੂ ਮਾਲਕ ਹੈ ਨਾ, ਅਕਾਲ ਪੁਰਖ ਭਾਈ, ਉਹ ਅਪਰ ਪਰੇ ਤੋਂ ਪਰੇ ਹੈ ਅਤੇ ਅਪਾਰਾ ਬੇਅੰਤ ਹੈ। ਉਸ ਦੇ ਗਿਆਨ ਦੇ ਤਾਂ ਹੀ ਸਾਨੂੰ ਬਖਸ਼ਿਆ ਸਤਿਗੁਰੂ ਜੀ ਨੇ, ਇਸ ਕਰਕੇ ਅੰਧੇਰਾ ਮਿਟਿਆ ਹੋਇਆ। ਇਉਂ ਉਹਨਾਂ ਗੁਰਮੁਖਾਂ ਦਾ ਪ੍ਰਭੂ ਅਕਾਲ ਪੁਰਖ ਪਰਮਾਤਮਾ ਨਾਲ ਮਿਲਾਪ ਹੈ, ਜੋ ਪਰੇ ਤੋਂ ਪਰੇ ਅਤੇ ਅਪਾਰਾ ਬੇਅੰਤ ਹੈ। ਗੌੜੀ ਗਵਾਰੇਰੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਗਵਾਰੇਰੀ ਵੰਨਗੀ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅਗਲਾ ਬਚਨ ਫਰਮਾਉਂਦੇ ਨੇ, ਜਿਸ ਮਨ ਵਸੈ ਤਰੈ ਜਨ ਸੋਏ। ਜਿਸ ਦੇ ਮਨ ਅੰਦਰ ਵਸ ਜਾਂਦਾ ਹੈ ਪਰਮਾਤਮਾ, ਯਾਨੀ ਕਿ ਵਾਹਿਗੁਰੂ ਦਾ ਨਾਮ, ਪ੍ਰੇਮ, ਯਾਦ ਲਗਾਓ, ਉਹ ਜਨ ਸੇਵਕ ਇਸ ਸੰਸਾਰ ਤੋਂ ਤਰ ਜਾਂਦਾ ਹੈ। ਵਿਕਾਰਾਂ ਤੋਂ, ਸਾਰੇ ਬੰਧਨਾਂ ਤੋਂ, ਜੰਮਣ ਮਰਨ ਤੋਂ, ਜਮਾਂ ਤੋਂ, ਸਭ ਤੋਂ ਪਰੇ ਚਲਾ ਜਾਂਦਾ, ਤਰ ਗਿਆ ਹੈ। ਉਹ ਸਭ ਨੂੰ ਤਰ ਕੇ ਲੰਘ ਗਿਆ ਅੱਗੇ। ਜਾ ਕੇ ਕਰਮ ਪ੍ਰਾਪਤ ਹੋਏ, ਪਰ ਜਿਸ ਦੇ ਤਾਈਂ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦੇ ਤਾਈਂ ਵਾਹਿਗੁਰੂ ਪਰਮਾਤਮਾ ਦਾ ਕਰਮ ਹੁੰਦਾ, ਬਖਸ਼ਿਸ਼ ਹੁੰਦੀ, ਉਸ ਬਖਸ਼ਿਸ਼ ਰਾਹੀਂ ਨਾਮ ਦੀ ਬਖਸ਼ਿਸ਼ ਹੁੰਦੀ, ਨਾਮ ਪ੍ਰਾਪਤ ਹੁੰਦਾ। ਦੁਖ ਰੋਗ ਕਛ ਭਉ ਨਾ ਵਿਆਪੈ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਤਾਏ, ਇਹ ਦੁੱਖ ਨਹੀਂ ਚੰਬੜਦੇ। ਅਤੇ ਰੋਗ ਜਿਹੜੇ ਅੰਦਰ ਨੇ ਨਾ, ਕਾਮ ਕ੍ਰੋਧ ਮੋਹ ਲੋਭ ਅਹੰਕਾਰ, ਇਹਨਾਂ ਸਾਰਿਆਂ ਨੂੰ ਰੋਗ ਕਿਹਾ ਹੈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਜਿਹੜੇ ਇਹ ਵੀ ਨੇ, ਇਹ ਵੀ ਰੋਗ ਹੀ ਨੇ ਚੰਬੜੇ ਹੋਏ। ਕਾਮ ਕ੍ਰੋਧ ਮੋਹ ਲੋਭ ਅਹੰਕਾਰ, ਪੰਜੇ ਵਿਕਾਰ, ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ, ਜਿਹੜੇ ਦੋਸ਼ ਨੇ, ਸਭ ਇਹ ਰੋਗ ਹੀ ਚੰਬੜੇ ਹੋਏ ਨੇ। ਨਾ ਕੋਈ ਦੁੱਖ, ਨਾ ਕੋਈ ਰੋਗ, ਕੁਛ ਵੀ। ਅਤੇ ਭਉ ਡਰ ਵੀ ਕੋਈ ਨਹੀਂ ਉਸ ਨੂੰ ਵਿਆਪਦਾ, ਕੋਈ ਜ਼ੋਰ ਨਹੀਂ ਪਾ ਸਕਦਾ, ਕੋਈ ਡਰ ਨਹੀਂ ਸਤਾ ਸਕਦਾ, ਕੋਈ ਰੋਗ ਨਹੀਂ। ਰੋਗ ਸਰੀਰ 'ਤੇ ਆਏ ਅਤੇ ਉਸ 'ਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ। ਸਰੀਰ 'ਤੇ ਕੋਈ ਦੁੱਖ ਕਸ਼ਟ ਹੈ ਅਤੇ ਉਹਦੀ ਅਵਸਥਾ 'ਤੇ ਉੱਤੇ ਪ੍ਰਭਾਵ ਨਹੀਂ ਪੈਂਦਾ, ਇੱਕ ਰਸ ਅਵਸਥਾ ਰਹਿੰਦੀ ਹੈ। ਅੰਮ੍ਰਿਤ ਨਾਮ ਹਿਰਦੈ ਹਰ ਜਾਪੈ,
ਆਤਮਿਕ ਜੀਵਨ ਦੇਣ ਵਾਲਾ ਜੋ ਨਾਮ ਹੈ ਵਾਹਿਗੁਰੂ ਦਾ, ਉਹ ਆਪਣੇ ਹਿਰਦੇ ਵਿੱਚ ਜਪਦਾ ਹੈ ਤੇ ਉਸ ਦੇ ਪ੍ਰਤਾਪ ਨੂੰ ਜਾਪੈ ਜਾਣਦਾ ਹੈ। ਉਸ ਦਾ ਗਿਆਨ ਹੈ, ਉਸ ਨੂੰ ਜੋ ਅੰਦਰ ਛੁਪਿਆ ਹੋਇਆ ਨਾਮ ਹੈ ਉਹ ਉਸਨੇ ਜਾਣ ਲਿਆ ਹੋਇਆ, ਜਪਦਾ ਹੈ, ਸਿਮਰਦਾ ਹੈ। ਪਾਰ ਬ੍ਰਹਮ ਪਰਮੇਸ਼ਵਰ ਧਿਆਈਆ। ਹਜ਼ੂਰ ਕਹਿੰਦੇ ਨੇ ਭਾਈ ਇਸ ਵਾਸਤੇ ਪਾਰ ਬ੍ਰਹਮ ਜਿਹੜਾ ਪਰਮ ਈਸ਼ਰ ਅਕਾਲ ਪੁਰਖ ਹੈ ਉਸ ਦਾ ਧਿਆਨ ਕਰਨਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰ ਪੂਰੇ ਤੇ ਇਹ ਮਤ ਪਾਈ ਹੈ। ਜੇ ਪੂਰੇ ਸਤਿਗੁਰੂ ਦੀ ਸ਼ਰਨ ਆਏ ਹੋ ਨਾ ਤੇ ਪੂਰੇ ਸਤਿਗੁਰਾਂ ਕੋਲੋਂ ਇਹੋ ਹੀ ਮਤ ਪ੍ਰਾਪਤ ਹੁੰਦੀ ਹੈ, ਕਿਉਂਕਿ ਜਪ ਮਨ ਸਤਨਾਮ ਸਦਾ ਸਤਨਾਮ, ਸਤਿਗੁਰੂ ਇਹੋ ਹੀ ਉਪਦੇਸ਼ ਦਿੰਦੇ। ਰਹਾਉ ਕਰਨ ਕਰਾਵਨ ਹਾਰ ਦਇਆਲ। ਸਾਰੇ ਜਗਤ ਨੂੰ ਕਰਨ ਵਾਲਾ ਹੈ ਪੈਦਾ, ਸਾਰੇ ਕਰਤੱਵ ਹੁਣ ਵੀ ਆਪ ਕਰ ਰਿਹਾ ਤੇ ਜੀਆਂ ਤੋਂ ਕਰਾਉਣ ਵਾਲਾ ਦਇਆ ਦਾ ਘਰ ਹੈ ਵਾਹਿਗੁਰੂ। ਜੀ ਜੰਤ ਸਗਲੇ ਪ੍ਰਤਪਾਲ। ਜੀ ਵੱਡੇ ਜੰਤ ਛੋਟੇ, ਛੋਟੇ ਵੱਡੇ ਜੀ ਜੰਤ ਸਾਰਿਆਂ ਦੀ ਜੀਆਂ ਜੀਆਂ ਪ੍ਰਤੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੈ। ਅਗਮ ਅਗੋਚਰ ਸਦਾ ਬੇਅੰਤਾ। ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ। ਇੰਦਰੀ ਗੋਚਰ ਵੀ ਨਹੀਂ ਹੈ, ਨਾ ਅੱਖਾਂ ਗੋਚਰ ਹੈ, ਨਾ ਕੰਨਾਂ ਗੋਚਰ, ਨਾ ਜੀਭ ਗੋਚਰ। ਅਗੋਚਰ ਹੈ, ਸਦਾ ਬੇਅੰਤਾ, ਹਮੇਸ਼ਾ ਹਮੇਸ਼ਾ ਰਹਿਣ ਵਾਲਾ, ਕਾਇਮ ਦਾਇਮ ਹਸਤੀ ਹੈ ਔਰ ਬੇਅੰਤ ਹੈ। ਉਹਦਾ ਕੋਈ ਸ਼ੁਮਾਰ ਨਹੀਂ, ਕੋਈ ਅੰਤ ਨਹੀਂ ਹੈ, ਉਹਦੇ ਗੁਣਾਂ ਦਾ ਅੰਤ ਨਹੀਂ ਹੈ। ਸਿਮਰ ਮਨਾ ਪੂਰੇ ਗੁਰਮੰਤਾ। ਆਪਣੇ ਮਨ ਨੂੰ ਸਮਝਾਓ ਇਹ ਮਨਾ ਪੂਰੇ ਗੁਰੂ ਦਾ ਮੰਤਰ ਉਪਦੇਸ਼ ਪ੍ਰਾਪਤ ਕਰਕੇ ਸਿਮਰ ਵਾਹਿਗੁਰੂ ਨੂੰ। ਪੂਰੇ ਗੁਰੂ ਦਾ ਮੰਤਰ ਉਪਦੇਸ਼ ਇਹੀ ਹੈ ਵਾਹਿਗੁਰੂ ਦਾ ਨਾਮ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਬੇਦ ਕਤੇਵ ਅਗੋਚਰਾ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜਾ ਕੀ ਸੇਵਾ ਸਰਵ ਨਿਧਾਨ। ਜਿਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਸਾਰੇ ਖਜ਼ਾਨੇ ਮਿਲ ਜਾਂਦੇ, ਸਾਰੇ ਗੁਣਾਂ ਦੇ ਖਜ਼ਾਨੇ ਮਿਲ ਜਾਂਦੇ, ਸ਼ਕਤੀਆਂ ਦਾ ਖਜ਼ਾਨਾ, ਸਭ ਕੁਛ ਹੀ ਪ੍ਰਾਪਤ ਹੁੰਦਾ। ਪ੍ਰਭ ਕੀ ਪੂਜਾ ਪਾਈਐ ਮਾਨ। ਪ੍ਰਭੂ ਦੀ ਪੂਜਾ ਭਗਤੀ ਕਰਕੇ, ਪ੍ਰਭੂ ਦੀ ਪੂਜਾ ਨਾਮ ਹੈ, ਪ੍ਰਭੂ ਦੀ ਪੂਜਾ ਦੁਆਰਾ ਲੋਕ ਪ੍ਰਲੋਕ ਦਾ ਮਾਣ ਪ੍ਰਾਪਤ ਕਰੀਦਾ ਹੈ, ਇੱਜ਼ਤ ਪ੍ਰਾਪਤ ਕਰੀਦੀ ਹੈ। ਜਾ ਕੀ ਟਹਿਲ ਨ ਬਿਰਥੀ ਜਾਏ। ਜਿਸ ਪਰਮਾਤਮਾ ਦੀ ਕਮਾਈ ਹੋਈ ਸਿਮਰਨ ਭਜਨ ਦੀ ਕਮਾਈ, ਜਿਹਦੀ ਕੀਤੀ ਹੋਈ ਸੇਵਾ ਭਾਵ ਭਗਤੀ ਬਿਰਥੀ ਨਹੀਂ ਜਾਂਦੀ, ਵਿਅਰਥ ਨਹੀਂ ਜਾ ਸਕਦੀ। ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਇੱਕ ਤਿਲ ਨਹੀਂ ਭੰਨੈ ਘਾਲੈ। ਸਦਾ ਸਦਾ ਹਰ ਕੇ ਗੁਣ ਗਾਏ। ਇਸ ਕਰਕੇ ਸਦਾ ਸਦਾ ਵਾਸਤੇ ਮਨਾ ਹਰੀ ਅਕਾਲ ਪੁਰਖ ਦੇ ਗੁਣ ਗਾਇਆ ਕਰ। ਕਰ ਕਿਰਪਾ ਪ੍ਰਭ ਅੰਤਰਜਾਮੀ। ਬੇਨਤੀ ਕਰਨ ਵਾਲਾ ਬਣ ਜਾ। ਹੇ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ ਮਾਲਕ ਵਾਹਿਗੁਰੂ ਪਰਮਾਤਮਾ ਜੀ, ਰੱਖਿਅਕ ਸਰੂਪ ਜੀ, ਕਿਰਪਾ ਕਰੋ। ਸੁਖ ਨਿਧਾਨ ਹਰ ਅਲਖ ਸੁਆਮੀ। ਹੇ ਸੁਖਾਂ ਦੇ ਖਜ਼ਾਨੇ, ਹੇ ਹਰੀ, ਹੇ ਅਲਖ ਅਦ੍ਰਿਸ਼ਟ ਸਰੂਪ ਨਾ ਲਖੇ ਜਾਣ ਵਾਲੇ, ਹੇ ਸਭ ਦੇ ਸੁਆਮੀ ਖਸਮ ਪਤੀ। ਜੀ ਜੰਤ ਤੇਰੀ ਸਰਣਾਈ। ਸਾਰੇ ਜੀ ਜੰਤ ਵੱਡੇ ਛੋਟੇ ਸਭ ਤੇਰੀ ਸ਼ਰਨ ਵਿੱਚ ਹੀ ਹਨ। ਤੇਰੀ ਨਜ਼ਰ ਤੋਂ ਬਾਹਰ ਤਾਂ ਕੋਈ ਨਹੀਂ, ਤੇਰੀ ਸ਼ਰਨ ਵਿੱਚ ਹੀ ਹਨ ਸਾਰੇ। ਨਾਨਕ ਨਾਮ ਮਿਲੈ ਵਡਿਆਈ। ਸਾਡੀ ਇਹ ਬੇਨਤੀ ਹੈ ਕਿ ਸਾਨੂੰ ਤੇਰਾ ਨਾਮ ਮਿਲੇ। ਜੇ ਤੇਰਾ ਨਾਮ ਮਿਲਦਾ ਹੈ ਤਾਂ ਇਹੀ ਸਾਡੇ ਲਈ ਵੱਡੀ ਵਡਿਆਈ ਹੈ। ਤੇਰਾ ਨਾਮ ਹੀ ਵੱਡੀ ਵਡਿਆਈ ਹੈ। ਤੇਰਾ ਨਾਮ ਜਪਣ ਦੀ ਵਡਿਆਈ ਮਿਲੇ। ਸਾ ਵਡਿਆਈ ਦੇਹ ਜਿਤ ਨਾਮ ਤੇਰਾ ਲਾਗ ਰਹਾ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਗੁਆਰੇਰੀ ਵੰਨਗੀ ਅੰਦਰ ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ। ਜੀ ਜੁਗਤ ਜਾ ਕੇ ਹੈ ਹਾਥ। ਭਾਈ ਸਾਰਿਆਂ ਜੀਆਂ ਦੀ ਜੁਗਤੀ, ਜੀਵਨ ਦੀ ਜੁਗਤੀ, ਸਾਰਿਆਂ ਦੀ ਜੀ ਜਿੰਦ ਆਤਮਾ ਅਤੇ ਜੁਗਤ ਜੀਵਨ ਦੀ ਮਰਿਆਦਾ ਸਭ ਜਿਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਸੋ ਸਿਮਰੋ ਅਨਾਥ ਕੋ ਨਾਥ। ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਬੇਕਰੇ ਬੇਆਸਰੇ ਯਤੀਮ ਹਨ, ਉਹਨਾਂ ਅਨਾਥਾਂ ਦਾ ਉਹ ਨਾਥ ਹੈ। ਉਸ ਦਾ ਸਿਮਰਨ ਕਰੋ ਭਾਈ। ਪ੍ਰਭ ਚਿਤ ਆਏ ਸਭ ਦੁੱਖ ਜਾਏ। ਚੇਤੇ ਕਰਨਾ ਔਖਾ ਉਸ ਅਵਸਥਾ 'ਚ ਪਹੁੰਚਣਾ, ਕਿਉਂਕਿ ਕੁੱਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਜ਼ ਦਾ ਮਤਲਬ ਵੀ ਅਸੀਂ ਫਿਰ ਚੇਤੇ ਕਰਨ ਵਾਲੇ ਨਹੀਂ ਅਜੇ। ਉਹ ਤਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਜਿਹਦੇ ਚਿੱਤ ਵਿੱਚ ਪਰਮਾਤਮਾ ਹੈ। ਤਾਂ ਹਜ਼ੂਰ ਕਹਿੰਦੇ ਨੇ ਪ੍ਰਭ ਚਿਤ ਆਏ ਸਭ ਦੁੱਖ ਜਾਏ। ਅਸੀਂ ਜ਼ਬਾਨ ਤੋਂ ਪਾਠ ਵੀ ਕਰਦੇ ਹੋਈਏ
ਤੇ ਚਿੱਤ ਦੇ ਵਿੱਚ ਹੋਰ ਹੀ ਕੁਝ ਸਿਮਰਨ ਹੁੰਦਾ। ਜੋ ਚਿੱਤ ਵਿੱਚ ਚੱਲ ਰਿਹਾ ਉਹ ਅਸਲ ਸਿਮਰਨ ਆ। ਜ਼ਬਾਨ ਤੋਂ ਬੋਲਿਆ ਜਾਪ ਹੋ ਸਕਦਾ। ਪ੍ਰਭੂ ਨੂੰ ਚਿੱਤ ਵਿੱਚ ਲਿਆਉਣਾ ਇਹਦੇ ਵਾਸਤੇ ਸਾਰੀ ਕਮਾਈ ਹੈ। ਇਹ ਅਸੀਂ ਅਵਸਥਾ ਬਣਦੇ। ਏਕ ਚਿੱਤ ਜਿਹੇ ਕਿਸ਼ਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇਸੇ ਵਾਸਤੇ ਸਾਰਾ ਤਰੱਦਦ ਦਾ ਮਿਹਨਤ, ਇਸੇ ਵਾਸਤੇ ਸੇਵਾ ਦੀ, ਜਪਣ ਦੀ ਇਹ ਕਮਾਈ ਕਰਨੀ ਹੈ ਵੀ ਕੋਈ ਐਸਾ ਸਮਾਂ ਸਾਡੇ 'ਤੇ ਆਏ ਜਦੋਂ ਪਰਮਾਤਮਾ ਚਿੱਤ ਵਿੱਚ ਚਿੱਤ ਆਏ। ਪ੍ਰਭ ਚਿੱਤ ਆਵੈ ਤਾਂ ਕੈਸੀ ਭੀੜ, ਹਰ ਸਿਮਰਤ ਨਾ ਹੀ ਜਮ ਪੀੜ। ਪ੍ਰਭ ਚਿੱਤ ਆਏ ਸਭ ਦੁੱਖ ਜਾਏ। ਪ੍ਰਭੂ ਚਿੱਤ ਵਿੱਚ ਚੇਤੇ ਆਏ ਤਾਂ ਸਾਰੇ ਦੁੱਖ ਚਲੇ ਜਾਂਦੇ ਨੇ, ਸਾਰਾ ਦੁੱਖ ਚਲਿਆ ਜਾਂਦਾ। ਭੈ ਸਭ ਬਿਨਸਹਿ ਹਰ ਕਹਿ ਨਾ। ਹਰੀ ਵਾਹਿਗੁਰੂ ਦੇ ਨਾਮ ਨਾਲ ਜੁੜਨ ਕਰਕੇ ਭਾਈ ਸਾਰੇ ਹੀ ਡਰ ਬਿਨਸ ਜਾਂਦੇ ਹਨ, ਕੋਈ ਡਰ ਨਹੀਂ ਰਹਿ ਜਾਂਦਾ। ਬਿਨ ਹਰ ਭਉ ਕਾਹੇ ਕਾ ਮਨ ਹੈ। ਹੇ ਜੀਵ, ਹਰੀ ਪਰਮਾਤਮਾ ਤੋਂ ਬਗੈਰ ਫਿਰ ਕਿਸ ਦਾ ਡਰ ਤੂੰ ਮੰਨਣਾ ਹੋਇਆ। ਜਦੋਂ ਵਾਹਿਗੁਰੂ ਸਦਾ ਹੀ ਤੇਰੇ ਅੰਗ ਸੰਗ ਹੈ, ਤੂੰ ਮੰਨਦਾ ਉਸ ਨੂੰ, ਤੇ ਫਿਰ ਹੋਰ ਕਿਸ ਦਾ ਡਰ ਮੰਨਣਾ ਹੈ ਹਿਰਦੇ ਅੰਦਰ। ਹਰ ਬਿਸਰਤ ਕਾਹੇ ਸੁਖ ਜਾਨਾ ਹੈ। ਤੇ ਹਰੀ ਪਰਮਾਤਮਾ ਵਿਸਰ ਜਾਂਦਾ ਤੇ ਉਹਦੇ ਵਿਸਾਰੇ ਵਿੱਚ ਕਾਹੇ ਸੁਖ ਜਾਂਦਾ। ਕਾਹੇ ਕਿਸ ਤਰ੍ਹਾਂ ਫਿਰ ਤੂੰ ਸੁਖ ਜਾਣਦਾ ਵੀ ਮੈਨੂੰ ਹੁਣ ਸੁਖ ਹੈ। ਜੋ ਪਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ, ਜਿਹਦੇ ਹੱਥ ਵਿੱਚ ਸਾਰੀ ਡੋਰ ਹੈ, ਸਾਰੇ ਜੀਆਂ ਦੀ ਜੁਗਤੀ ਜਿਹਦੇ ਹੱਥ ਵਿੱਚ ਹੈ, ਉਹਦੇ ਭਉ ਤੋਂ ਬਗੈਰ ਹੋਰ ਕਿਸ ਦਾ ਡਰ ਮੰਨਣਾ। ਤੇ ਉਹਦੇ ਵਿਸਰ ਜਾਣ ਤੋਂ ਬਾਅਦ ਫਿਰ ਕਿਸ ਤਰ੍ਹਾਂ ਤੂੰ ਸੁਖ ਜਾਣ ਸਕਦਾ ਵੀ ਮੈਨੂੰ ਸੁਖ ਮਿਲੇਗਾ। ਇਹਦੇ ਤੇਰੀ ਕਲਪਨਾ ਹੈ ਤੇ ਤੇਰਾ ਭਰਮ ਹੈ ਕਿ ਰੱਬ ਭੁੱਲਿਆ ਹੋਇਆ ਤੇ ਚਾਹੁੰਦਾ ਸੁਖ ਹੈ। ਸ਼ਾਇਦ ਪਦਾਰਥ ਉਹਦੇ ਜਮ੍ਹਾਂ ਹੋ ਗਏ ਤਾਂ ਸੁਖ ਹੋਵੇਗਾ। ਨਹੀਂ, ਮਹਾਰਾਜ ਕਹਿੰਦੇ ਰੱਬ ਵਿਸਰਨ ਕਰਕੇ ਨਹੀਂ ਸੁਖ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਸੁਖ ਨਾ ਹੀ ਰੇ ਹਰ ਭਗਤ ਬਿਨ ਰਹਾਓ। ਜਿਨ ਧਾਰੇ ਬਹੁ ਧਰਨ ਆਗਾਸ। ਜਿਸ ਪਰਮਾਤਮਾ ਨੇ ਧਾਰੇ ਦਾ ਅਰਥ ਇਹ ਆ ਵੀ ਬਣਾਏ, ਜਿਸ ਨੇ ਰਚੇ ਹਨ ਬੜੀਆਂ ਧਰਤੀਆਂ ਤੇ ਬੜੇ ਆਕਾਸ਼। ਜਿਨ ਧਾਰੇ ਬਹੁ ਧਰਨ ਆਗਾਸ, ਜਿਸ ਨੇ ਬਹੁਤ ਧਰਤੀਆਂ ਤੇ ਆਕਾਸ਼ਾਂ ਨੂੰ ਧਾਰੇ ਸਹਾਰਾ ਦਿੱਤਾ ਹੋਇਆ, ਧਾਰਨ ਕੀਤਾ, ਸਹਾਰਾ ਦਿੱਤਾ ਹੋਇਆ। ਜਾ ਕੀ ਜੋਤ ਜੀ ਪ੍ਰਗਾਸ। ਜਿਸ ਪਰਮਾਤਮਾ ਦੀ ਜੋਤ ਕਰਕੇ ਸਾਰੇ ਜੀਆਂ ਦੇ ਅੰਦਰ ਚਾਨਣ ਹੈ। ਵਿਦਵਾਨਾਂ ਨੇ ਇੰਝ ਵੀ ਕਥਨ ਕੀਤਾ ਵੀ ਖਟ ਜੋਤਾਂ ਮੰਨੀਆਂ ਨੇ। ਸੂਰਜ, ਚੰਦਰਮਾ, ਤਾਰੇ ਨਾਲ ਵਿੱਚ ਪ੍ਰਕਾਸ਼ ਆ, ਤੇ ਅੱਗ ਦੇ ਵਿੱਚ ਪ੍ਰਕਾਸ਼ ਹੈ, ਤੇ ਬਿਜਲੀ ਵਿੱਚ ਪ੍ਰਕਾਸ਼ ਆ, ਤੇ ਇੱਕ ਮਨੁੱਖ ਦੀ ਬੁੱਧੀ ਅੰਦਰ ਪ੍ਰਕਾਸ਼। ਇਹ ਸਾਰੇ ਆਪਣੀ ਜੋਤ ਕਰਕੇ ਨਹੀਂ, ਆਪਣੇ ਪ੍ਰਕਾਸ਼ ਕਰਕੇ ਨਹੀਂ ਪ੍ਰਕਾਸ਼ਿਤ। ਇਹਨਾਂ ਦੇ ਪਿੱਛੇ ਪਰਮਾਤਮਾ ਦਾ ਪ੍ਰਕਾਸ਼। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਿੱਛੇ ਜੋਤੀਆਂ ਦਾ ਜੋਤ ਪਰਮਾਤਮਾ, ਪ੍ਰਕਾਸ਼ਾਂ ਦਾ ਪ੍ਰਕਾਸ਼ ਰੂਪ ਵਾਹਿਗੁਰੂ ਹੈ। ਜਿਸ ਪਰਮਾਤਮਾ ਦੀ ਜੋਤ ਕਰਕੇ ਹੀ ਸਾਰੇ ਜੀਆਂ ਵਿੱਚ ਪ੍ਰਕਾਸ਼ ਹੋ ਰਿਹਾ, ਜਿਸ ਦੀ ਜੋਤ ਦਾ ਸਾਰੇ ਜੀਆਂ 'ਚ ਪ੍ਰਕਾਸ਼ ਚੇਤਨ ਸੱਤਾ ਵਾਹਿਗੁਰੂ ਦੀ। ਜਾ ਕੀ ਬਖਸ਼ ਨਾ ਮੇਟਾ ਕੋਏ। ਜਦੋਂ ਪਰਮਾਤਮਾ ਕਿਸੇ ਦੇ ਬਖਸ਼ਿਸ਼ ਕਰਦਾ ਹੈ ਨਾ, ਤੇ ਕੋਈ ਉਸ ਬਖਸ਼ਣ ਨੂੰ ਰੋਕ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ। ਰੱਬ ਦੀ ਬਖਸ਼ਿਸ਼ ਐਸੀ ਹੈ ਕਿ ਉਹਨੂੰ ਕੋਈ ਨਹੀਂ ਮਿਟ ਸਕਦਾ। ਸਿਮਰ ਸਿਮਰ ਪ੍ਰਭ ਨਿਰਭਉ ਹੋਏ। ਨਿਰਭਉ ਜਪੈ ਸਗਲ ਭਉ ਮਿਟਾ। ਇਸੇ ਕਰਕੇ ਕਿਹਾ ਨਾ ਵੀ ਉਸੇ ਨੂੰ ਜਪੋ ਜੋ ਆਪ ਨਿਰਭਉ ਹੈ। ਸਿਮਰ ਸਿਮਰ ਪ੍ਰਭੂ ਅਕਾਲ ਪੁਰਖ ਦਾ ਸਿਮਰਨ ਕਰ ਕਰਕੇ ਕਰਨ ਵਾਲੇ ਨਿਰਭਉ ਹੋਏ, ਨਿਡਰ ਹੋ ਗਏ। ਉਹਨਾਂ ਨੂੰ ਵੀ ਡਰ ਕੋਈ ਨਹੀਂ ਰਹਿ ਗਿਆ। 8 ਪਹਿਰ ਸਿਮਰੋ ਪ੍ਰਭ ਨਾਮ। ਜੇ ਹੋਰ ਉਹ ਗੁਰਮੁਖ ਹੋਏ ਨੇ ਭਾਈ, ਨਿਰਭਉ ਅਵਸਥਾ 'ਚ ਪਹੁੰਚ ਗਏ ਨੇ, ਤੇ ਤੁਸੀਂ ਵੀ 8 ਪਹਿਰ ਪ੍ਰਭੂ ਅਕਾਲ ਪੁਰਖ ਦਾ ਨਾਮ ਸਿਮਰੋ, ਜਪੋ, ਅਰਾਧੋ। ਅਨਕ ਤੀਰਥ ਮੱਜਨ ਇਸ਼ਨਾਨ। ਇਹ ਜਿਹੜਾ ਨਾਮ ਹੈ ਨਾ, ਇਹਦਾ ਪ੍ਰਤਾਪ ਕਿੰਨਾ ਗਾ, ਕਹਿੰਦੇ ਦੱਸਿਆ ਤਾਂ ਨਹੀਂ ਜਾ ਸਕਦਾ। ਪਰ ਅਨੇਕਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨੇ, ਪੁਰਬਾਂ ਦੇ ਸਮੇਂ ਇਸ਼ਨਾਨ ਕਰਨੇ, ਇਹ ਇਹਨਾਂ ਦੀ ਲੋੜ ਨਹੀਂ। ਇਹ ਸਾਰਾ ਕੁਝ ਵਿੱਚ ਹੀ ਆ ਗਿਆ। ਗਿਣਤੀ ਮਿਣਤੀ ਨਹੀਂ ਵੀ ਕਿੰਨੇ ਕੁ ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨਾਂ ਦਾ ਫਲ ਹੈ ਵਾਹਿਗੁਰੂ ਦਾ ਸਿਮਰਨ। ਪਾਰ ਬ੍ਰਹਮ ਕੀ ਸਰਣੀ ਪਾਹੇ। ਇਹ ਜੀਵ ਜੇ ਆਪਣੇ ਆਪ ਨੂੰ ਪਾਰ ਬ੍ਰਹਮ ਪਰਮਾਤਮਾ ਦੀ ਸ਼ਰਨ 'ਚ ਪਾ ਦੇਵੇਂ, ਜੇ ਤੂੰ ਸ਼ਰਨ 'ਚ ਪੈ ਜਾਏ ਨਾ ਵਾਹਿਗੁਰੂ ਦੀ ਸ਼ਰਣੀ, ਤਾਂ ਕੋਟ ਕਲੰਕ ਖਿਨ ਮਹਿ ਮਿਟ ਜਾਹੇ। ਕਰੋੜਾਂ ਕਲੰਕ, ਦਾਗ, ਦੋਸ਼, ਪਾਪ ਤੇਰੇ ਖਿਨ ਵਿੱਚ ਹੀ ਮਿਟ ਜਾਣਗੇ। ਜਦੋਂ ਮਨ ਤਿਆਰ ਹੋ ਗਿਆ ਸ਼ਰਨ 'ਚ ਪੈਣ ਨੂੰ, ਉਦੋਂ ਸਾਰੇ ਕਰੋੜਾਂ ਪਾਪ। ਸੋ ਜਿਵੇਂ ਬਚਨ ਹਨ ਸਤਿਗੁਰੂ ਮਹਾਰਾਜ ਜੀ ਦੇ ਕਿ ਅਸੰਖ ਖਤੇ ਖਿਨ ਬਖਸ਼ਣ ਹਾਰਾ।
ਪਰਮਾਤਮਾ ਅਨੇਕਾਂ ਗੁਨਾਹ ਅਣਗਿਣਤ ਗੁਨਾਹਾਂ ਨੂੰ ਖਿਣ ਵਿੱਚ ਬਖਸ਼ਣ ਵਾਲਾ ਹੈ। ਸੋ ਇਸ ਪ੍ਰਕਾਰ ਕੋਟ ਕਲੰਖਨ ਮਹਿ ਮਿਟ ਜਾਏ, ਬੇਮੁਹਤਾਜ ਪੂਰਾ ਪਾਤਸ਼ਾਹ। ਪਰਮਾਤਮਾ ਅਕਾਲ ਪੁਰਖ ਕਿਸੇ ਦੇ ਅਧੀਨ ਨਹੀਂ ਹੈ, ਕਿਸੇ ਦੀ ਮੁਹਤਾਜੀ ਨਹੀਂ ਕੱਢਦਾ, ਉਹ ਕਿਸੇ ਦੀ ਅਧੀਨਗੀ ਵਿੱਚ ਨਹੀਂ ਹੈ, ਬੇਮੁਹਤਾਜ ਔਰ ਪੂਰਨ ਹੈ ਸਾਰਿਆਂ ਥਾਵਾਂ 'ਤੇ, ਗੁਣਾ ਕਰਕੇ ਪੂਰਨ ਹੈ, ਸ਼ਕਤੀਆਂ ਕਰਕੇ ਪੂਰਾ ਹੈ। ਪਾਤਸ਼ਾਹ ਪੂਰਾ ਪਾਤਸ਼ਾਹ ਹੈ, ਸਾਰੀ ਸ੍ਰਿਸ਼ਟੀ ਦਾ ਪਾਤਸ਼ਾਹ ਹੈ, ਪਹਿਲਾਂ ਵੀ ਸੀ, ਹੁਣ ਵੀ ਤੇ ਅੱਗੇ ਨੂੰ ਵੀ, ਸਦਾ ਸਦਾ ਵਾਸਤੇ ਉਹੀ ਹੋਵੇਗਾ। ਪ੍ਰਭ ਸੇਵਕ ਸਾਚਾ ਵੇਸਾ ਹੋ। ਪ੍ਰਭੂ ਦਾ ਜੋ ਸੇਵਕ ਹੈ ਉਸ ਨੂੰ ਸੱਚਾ ਵਿਸ਼ਵਾਸ ਹੈ ਪਰਮਾਤਮਾ 'ਤੇ। ਪ੍ਰਭੂ ਦੇ ਸੇਵਕ ਉਹ ਹੀ ਨੇ ਜਿਨ੍ਹਾਂ ਨੂੰ ਵਾਹਿਗੁਰੂ 'ਤੇ ਸੱਚਾ ਵਿਸ਼ਵਾਸ। ਸੱਚ ਸਰੂਪ ਅਕਾਲ ਪੁਰਖ ਹੀ ਆਪਣੇ ਸੇਵਕਾਂ ਦਾ ਵਿਸਾਹ ਰੂਪ ਹੈ, ਐਤਬਾਰ ਰੂਪ ਹੈ, ਭਰੋਸਾ ਰੂਪ ਹੈ। ਗੁਰ ਪੂਰਾ ਰਾਖੇ ਦੇ ਹਾਥ। ਪੂਰੇ ਸਤਿਗੁਰੂ ਜੀ ਨੇ ਜਿਹੜੇ ਜੀਵ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖ ਲਏ, ਯਾਨੀ ਜਿਨ੍ਹਾਂ ਦੀ ਰੱਖਿਆ ਕੀਤੀ, ਬਚਾ ਲਏ। ਨਾਨਕ ਪਾਰ ਬ੍ਰਹਮ ਸਮਰਾਥ, ਹਜ਼ੂਰ ਕਹਿੰਦੇ ਨੇ ਉਹ ਪਾਰ ਬ੍ਰਹਮ ਜੋ ਸੰਸਾਰ ਤੋਂ ਪਰੇ ਹੈ, ਬ੍ਰਹਮ ਸ਼ੁੱਧ ਸਰੂਪ ਹੈ, ਸਾਰੀਆਂ ਸ਼ਕਤੀਆਂ ਕਲਾ ਵਾਲਾ ਸਮਰੱਥ ਹੈ, ਉਹ ਪ੍ਰਾਪਤ ਹੋ ਗਿਆ ਉਹਨਾਂ ਨੂੰ। ਪੂਰਿਆਂ ਗੁਰਾਂ ਦੇ ਜਿਹੜੇ ਚਰਨੀ ਲੱਗੇ ਹਨ, ਮਾਨੋ ਕਿ ਉਹ ਪਾਰ ਬ੍ਰਹਮ ਸਮਰੱਥ ਗੁਰੂ ਪਰਮੇਸ਼ਰ ਦਾ ਸਰੂਪ ਹੀ ਉਹਨਾਂ ਨੂੰ ਗੁਰੂ ਮਹਾਰਾਜ ਮਿਲੇ ਹਨ ਅਤੇ ਉਹਨਾਂ ਸਤਿਗੁਰਾਂ ਨੇ ਰੱਖਿਆ ਕੀਤੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੁਆਰੇਰੀ ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਬਚਨ ਫਰਮਾਉਂਦੇ ਨੇ, ਗੁਰ ਪ੍ਰਸਾਦ ਨਾਮ ਮਨ ਲਾਗਾ ਭਾਈ। ਜਿਸ ਮਨੁੱਖ ਤੇ ਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਹੈ, ਜਿਸ ਤੇ ਸਤਿਗੁਰੂ ਤੁੱਠ ਪਏ, ਪ੍ਰਸੰਨ ਹੋਏ ਨੇ, ਉਹਦਾ ਜਿਹੜਾ ਮਨ ਹੈ ਉਹ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਿਆ ਹੈ। ਇਹ ਸਤਿਗੁਰੂ ਦੇ ਤੁੱਠਣ ਦੀ ਨਿਸ਼ਾਨੀ ਹੈ। ਉਂਝ ਦੁਨਿਆਵੀ ਦਾਤਾਂ ਮੰਗਣ ਸਾਰੇ ਅਸੀਂ ਗੁਰੂ ਮਹਾਰਾਜ ਕੋਲ ਆਉਂਦੇ, ਮਿਲਦੀਆਂ ਵੀ ਨੇ, ਪਰ ਇਹ ਮਤ ਸਮਝ ਲੈਣਾ ਕਿ ਸਤਿਗੁਰੂ ਸਾਡੇ 'ਤੇ ਰੀਝ ਪਏ, ਪ੍ਰਸੰਨ ਹੋ ਗਏ ਨੇ। ਜਿਹਦੇ 'ਤੇ ਸਤਿਗੁਰੂ ਪ੍ਰਸੰਨ ਹੋਇਆ ਹੈ ਉਹਦਾ ਮਨ ਨਾਮ ਵਿੱਚ ਲੱਗ ਗਿਆ, ਕਿਉਂਕਿ ਸਤਿਗੁਰੂ ਦੇ ਕੋਲ ਵੱਡੀ ਦਾਤ ਇਹ ਹੈ। ਜਿਸ 'ਤੇ ਪੂਰਨ ਸਤਿਗੁਰੂ ਜੀ ਪੂਰੇ ਤੌਰ 'ਤੇ ਪ੍ਰਸੰਨ ਹੋਏ ਨੇ, ਉਹਦਾ ਮਨ ਨਾਮ ਵਿੱਚ ਲੱਗ ਗਿਆ। ਜਨਮ ਜਨਮ ਕਾ ਸੋਇਆ ਜਾਗਾ। ਜਿਹੜਾ ਮਨ ਜਨਮਾਂ ਜਨਮਾਂਤਰਾਂ ਦਾ ਸੰਸਕਾਰਾਂ ਕਰਕੇ ਸੁੱਤਾ ਹੋਇਆ ਸੀ, ਜਨਮਾਂ ਜਨਮਾਂਤਰਾਂ ਤੋਂ ਹੀ, ਯਾਨੀ ਅਵਿਦਿਆ ਦੀ ਨੀਂਦ ਵਿੱਚ ਸੀ, ਉਹ ਸੁੱਤਾ ਹੋਇਆ ਮਨ ਜਾਗ ਪਿਆ, ਸੁਚੇਤ ਹੋ ਗਿਆ, ਮਾਇਆ ਦੇ ਹੱਲਿਆਂ ਤੋਂ ਜਾਗ ਪਿਆ ਹੈ। ਸਿਮਰ ਸਿਮਰ ਗੁਰ ਸਤਿਗੁਰੇ ਆਪਣਾ, ਸੋਇਆ ਮਨ ਜਾਗਾਈ। ਇੰਝ ਉਹਨਾਂ ਮਨ ਆਪਣਾ ਜਾਗਰਤ ਅਵਸਥਾ 'ਚ ਕਰ ਲਿਆ। ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ। ਆਤਮਿਕ ਜੀਵਨ ਦੇਣ ਵਾਲੀ ਪ੍ਰਭੂ ਦੀ ਬਾਣੀ ਉਚਾਰਨ ਕਰਦਾ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ। ਵਾਹਿਗੁਰੂ ਦੀ ਬਾਣੀ ਪ੍ਰਮਾਤਮਾ ਦੀ ਸਿਫਤ ਸਲਾਹ ਗੁਰੂ ਕੀ ਬਾਣੀ ਦੁਆਰਾ ਕਰਨੀ, ਪ੍ਰਮਾਤਮਾ ਦੇ ਗੁਣ ਉਚਾਰਨ ਕਰਨੇ, ਇਹਦੇ ਨਾਲ ਆਤਮਿਕ ਜੀਵਨ ਮਿਲਦਾ ਹੈ, ਆਤਮਿਕ ਮੌਤ ਨਹੀਂ ਹੁੰਦੀ। ਪੂਰੇ ਗੁਰ ਕੀ ਸਮਤ ਪ੍ਰਾਣੀ। ਉਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮੱਤ ਮਿਲੀ ਹੋਈ ਹੈ। ਪੂਰੇ ਗੁਰੂ ਦੀ ਸ੍ਰੇਸ਼ਟ ਮਹਾਨ ਮੱਤ ਗੁਰਮਤ ਪ੍ਰਾਪਤ ਹੋਈ ਹੈ ਉਸ ਪ੍ਰਾਣੀ ਨੂੰ, ਜਿਹੜਾ ਇੰਜ ਕਰਦਾ। ਪ੍ਰਭ ਸਿਮਰਤ ਕੁਸਲ ਸਭ ਪਾਏ। ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਉਹਨੇ ਸਾਰੇ ਸੁਖ ਪ੍ਰਾਪਤ ਕਰ ਲਿਆ। ਘਰ ਬਾਹਰ ਸੁਖ ਸਹਿਜ ਸਬਾਏ। ਸਬਾਏ ਸਾਰੇ ਸੁਖ ਤੇ ਸਾਰੇ ਸਹਿਜ, ਸਹਿਜ ਮਾਨਸਿਕ ਅਡੋਲਤਾ, ਹਰ ਤਰ੍ਹਾਂ ਦੇ ਸੁਖ ਉਹਦੇ ਘਰ ਵਿੱਚ ਵੀ ਤੇ ਬਾਹਰ ਵੀ। ਘਰ ਮੈਂ ਸੁਖ ਬਾਹਰ ਫੁਨ ਸੂਖਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੂ ਨਾਨਕ ਗੁਰ ਮੰਤਰ ਦ੍ਰਿੜਾਇਆ। ਘਰ ਹਿਰਦੇ ਅੰਦਰ ਵੀ ਤੇ ਬਾਹਰ ਸਮਾਜ ਸੰਸਾਰ 'ਚ ਵਿਚਰਦਿਆਂ ਵੀ ਉਹ ਸੁਖ ਦੇ ਵਿੱਚ ਹੀ ਵਸਦਾ, ਹਮੇਸ਼ਾ ਉਹ ਸੁਖੀ ਰਹਿੰਦਾ ਹੈ ਤੇ ਮਾਨਸਿਕ ਅਡੋਲਤਾ ਵੀ ਉਹਨੂੰ ਪ੍ਰਾਪਤ ਹੋਈ ਹੋਈ ਹੈ। ਰਹਾਓ ਸੋਈ ਪਛਾਤਾ ਜਿਨ੍ਹੇ ਉਪਾਇਆ। ਉਹਨੇ ਉਸ ਪਰਮਾਤਮਾ ਵਾਹਿਗੁਰੂ ਨੂੰ ਪਛਾਣ ਲਿਆ ਹੈ ਜਿਸ ਨੇ ਉਪਾਇਆ ਸਾਰਾ ਜਗਤ ਪੈਦਾ ਕੀਤਾ, ਤੇ ਉਸ ਨੂੰ ਵੀ ਜਿਹਨੇ ਪੈਦਾ ਕੀਤਾ। ਜਗਤ ਨੂੰ ਉਪਾਉਣ ਵਾਲੇ, ਪੈਦਾ ਕਰਨ ਵਾਲੇ, ਰਚਣ ਵਾਲੇ ਪਰਮਾਤਮਾ ਨੂੰ ਉਹਨੇ ਪਛਾਣ ਲਿਆ ਹੈ। ਕਰ ਕਿਰਪਾ ਪ੍ਰਭ ਆਪ ਮਿਲਾਇਆ। ਕਹਿੰਦੇ ਆਪਣੀ ਹਉਮੈ ਕਰਕੇ ਨਹੀਂ, ਆਪਣੇ ਕਰਮਾਂ 'ਤੇ ਉਹਨੇ ਟੇਕ ਰੱਖ ਕੇ ਨਹੀਂ ਮਿਲਿਆ ਵਾਹਿਗੁਰੂ ਨੂੰ। ਕਰ ਕਿਰਪਾ ਪ੍ਰਭ ਆਪ ਮਿਲਾਇਆ। ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਹਨੂੰ ਮਿਲਾਇਆ ਹੋਇਆ, ਹੁਣ ਉਹਨੂੰ ਕੋਈ ਵਿਛੋੜ ਨਹੀਂ ਸਕਦਾ। ਬਾਹਾਂ ਪਕੜ ਲੀਨੋ ਕਰੇ ਆਪਣਾ। ਬਾਂਹ ਪਕੜ, ਬਿਰਤੀ ਰੂਪੀ ਬਾਂਹ ਫੜ ਕੇ ਪ੍ਰਭੂ ਅਕਾਲ ਪੁਰਖ ਨੇ ਉਹਨੂੰ ਆਪਣਾ ਕਰ ਲਿਆ ਹੈ, ਆਪਣਾ ਦਾਸ ਬਣਾ ਲਿਆ।
ਹਰ ਹਰ ਕਥਾ ਸਦਾ ਜਪ ਜਪਨਾ। ਫਿਰ ਵਾਹਿਗੁਰੂ 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 ਪ੍ਰਮਾਤਮਾ ਦੇ ਨਾਮ ਦੀ ਕਥਾ ਨੂੰ, ਇਸੇ ਜਪ ਨੂੰ ਹਮੇਸ਼ਾ ਜਪਣਾ, ਇਸੇ ਜਪ ਨੂੰ ਜਪਦਾ ਰਹਿੰਦਾ। ਵਾਹਿਗੁਰੂ ਵਾਹਿਗੁਰੂ ਨਾਮ ਦੀ ਕਥਾ, ਪ੍ਰਮਾਤਮਾ ਦੀ ਵਡਿਆਈ ਤੇ ਸਦਾ ਹੀ ਪ੍ਰਮਾਤਮਾ ਦੇ ਨਾਮ ਦਾ ਜਪ ਕਰਦਾ ਹੈ। ਮੰਤਰ ਤੰਤਰ ਔਖਦ ਪੁਨਹ ਚਾਰ, ਉਹ ਕਹਿੰਦਾ ਹੈ ਵੀ ਸਾਰੇ ਮੰਤਰਾਂ ਸਿਰ ਸ਼੍ਰੋਮਣੀ ਮੰਤਰ, ਤੰਤਰਾਂ ਸਿਰ ਸ਼੍ਰੋਮਣੀ ਤੰਤਰ, ਜਾਦੂ ਟੂਣਾ ਔਖਦ ਔਸ਼ਧੀ ਦਵਾਈ ਤੇ ਪੁਨਹ ਚਰਨ ਪ੍ਰਾਸ਼ਚਿਤ ਕਰਨ। ਪੁੰਨ ਆਚਰਣ ਵੀ ਕਿਹਾ ਜਾਂਦਾ, ਮਤਲਬ ਪ੍ਰਾਸ਼ਚਿਤ ਕਰਮ, ਕੋਈ ਗੁਨਾਹਾਂ ਪਾਪਾਂ ਨੂੰ ਬਖਸ਼ਾਉਣ ਲਈ ਜਿਹੜੇ ਕਰਮ ਕੀਤੇ ਜਾਣ, ਇਹ ਸਾਰਾ ਕੁਝ ਕਿਹਾ ਹੈ। ਹਰ ਹਰ ਨਾਮ ਜੀ ਪ੍ਰਾਨ ਆਧਾਰ, ਉਹਦੇ ਵਾਸਤੇ ਸਭ ਤੋਂ ਵੱਡਾ ਮੰਤਰ, ਸਭ ਤੋਂ ਵੱਡਾ ਤੰਤਰ, ਸਭ ਤੋਂ ਵੱਡੀ ਔਸ਼ਧੀ ਰਸਾਇਣ ਤੇ ਸਭ ਤੋਂ ਵੱਡਾ ਪ੍ਰਾਸ਼ਚਿਤ ਕਰਮ ਕਿਹਾ ਹੈ ਵਾਹਿਗੁਰੂ ਵਾਹਿਗੁਰੂ ਨਾਮ। ਉਹਨੇ ਆਪਣੇ ਜਿੰਦ ਤੇ ਪ੍ਰਾਣਾ ਸਵਾਸਾਂ ਦਾ ਆਧਾਰ ਬਣਾਇਆ ਹੋਇਆ। ਸਾਚਾ ਧਨ ਪਾਇਓ ਹਰ ਰੰਗ, ਹਰੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਤੇ ਉਹਨੇ ਸੱਚਾ ਧਨ ਪ੍ਰਾਪਤ ਕੀਤਾ ਵਾਹਿਗੁਰੂ ਦੇ ਨਾਮ ਦਾ। ਦੁੱਤਰ ਤਰੇ ਸਾਧ ਕੈ ਸੰਗ, ਜਿਨ੍ਹਾਂ ਨੇ ਇਹ ਦਾਤ ਪ੍ਰਾਪਤ ਕੀਤੀ ਹੈ, ਨਾ ਤਰੇ ਜਾਣ ਵਾਲੇ ਦੁਸ਼ਟਰ ਸੰਸਾਰ ਨੂੰ ਸਾਧੂ ਸਤਿਗੁਰਾਂ ਦੀ ਸੰਗਤ 'ਚ ਰਹਿ ਕੇ, ਸੁਧਰੇ ਹੋਏ ਮਨ ਵਾਲੇ ਗੁਰਮੁਖ ਦੀ ਸੰਗਤ 'ਚ ਰਹਿ ਕੇ ਉਹ ਤਰ ਗਏ ਹਨ ਦੁਸ਼ਟਰ ਸੰਸਾਰ ਨੂੰ। ਸੁਖ ਬੈਸੋ ਸੰਤ ਸੱਜਣ ਪਰਿਵਾਰ, ਗੁਰੂ ਮਹਾਰਾਜ ਕਹਿੰਦੇ ਨੇ ਇਹ ਰੱਬ ਦੇ ਸੰਤ ਜਨੋ ਸੱਜਣਾ ਦੀ ਤਰ੍ਹਾਂ ਪਰਿਵਾਰ ਬਣ ਕੇ ਆਓ, ਬੈਠੀਏ ਸੁਖ ਦੇ ਸਹਿਤ, ਹਰ ਧਨ ਖਟਿਓ ਜਾ ਕਾ ਨਾਹੇ ਸੁਮਾ। ਤੁਸੀਂ ਤਾਂ ਭਾਈ ਵਾਹਿਗੁਰੂ ਪਰਮਾਤਮਾ ਦੇ ਹਰੀ ਦੇ ਨਾਮ ਧਨ ਨੂੰ ਖੱਟ ਲਿਆ ਹੈ, ਜਿਸ ਦਾ ਕੋਈ ਸ਼ੁਮਾਰ ਹੀ ਨਹੀਂ, ਗਿਣਤੀ ਮਿਣਤੀ ਮਾਪ ਅੰਦਾਜ਼ਾ ਹੀ ਨਹੀਂ, ਕਿੱਡਾ ਕੁ ਮਹਾਨ। ਜਿਸੇ ਪ੍ਰਾਪਤ ਤਿਸ ਗੁਰ ਦੇ, ਭਾਈ ਜਿਸ ਦੇ ਕਰਮਾਂ 'ਚ ਭਾਗਾਂ 'ਚ ਪ੍ਰਾਪਤ ਹੋਣਾ ਲਿਖਿਆ ਸੀ, ਉਸ ਨੂੰ ਹੀ ਸਤਿਗੁਰੂ ਮਹਾਰਾਜ ਬਖਸ਼ਦੇ ਨੇ। ਭਾਵੜ ਭਾਗੀ ਮਨੁੱਖਾਂ ਦੇ ਤਾਂ ਹੀ ਸਤਿਗੁਰੂ ਬਖਸ਼ਦੇ ਨੇ। ਨਾਨਕ ਬਿਰਥਾ ਕੋਈ ਨਾ ਹੈ, ਜਿਹੜਾ ਸਤਿਗੁਰੂ ਦੀ ਸ਼ਰਨ 'ਚ ਆਉਂਦਾ ਹੈ, ਭਾਈ ਸ਼ਰਨ 'ਚ ਆਉਣ ਵਾਲਾ ਕੋਈ ਬਿਰਥਾ ਨਹੀਂ ਜਾਂਦਾ, ਬਿਰਥਾ ਨਹੀਂ ਰਹਿੰਦਾ ਹੈ, ਖਾਲੀ ਨਹੀਂ ਰਹਿ ਜਾਂਦਾ ਹੈ। ਗੌੜੀ ਗਵਾਰੇਰੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਵੰਨਗੀ ਹੈ ਗਵਾਰੇਰੀ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਫਰਮਾਉਂਦੇ ਨੇ, ਹਸਤ ਪੁਨੀਤ ਹੋਏ ਤਤਕਾਲ, ਮਤਲਬ ਹੈ ਕਿ ਜਿਨ੍ਹਾਂ ਹੱਥਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਲਿਖੇਗਾ ਨਾ, ਬੋਲੇਗਾ, ਉਹ ਹੱਥ ਪਵਿੱਤਰ ਹੋ ਜਾਣਗੇ ਤਤਕਾਲ, ਉਸੇ ਵੇਲੇ। ਜਿਵੇਂ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਗੁਰਮੁਖ, ਭਾਈ ਗੁਰਦਾਸ ਜੀ ਵਰਗੇ ਵਾਹਿਗੁਰੂ ਦਾ ਜਸ ਗੁਰੂ ਕੀ ਬਾਣੀ ਲਿਖਦੇ ਰਹੇ। ਭਾਈ ਗੁਰਦਾਸ ਨੇ ਲਿਖਿਆ ਹੈ, ਗੁਰਮੁਖ ਹੱਥ ਸਕੱਥ ਹਨ ਜੋ ਸਾਧ ਸੰਗਤ ਗੁਰ ਕਾਰ ਕਮਾਵੈ, ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੈ। ਇਹ ਵੀ ਸੇਵਾ ਬੜੀ ਵੱਡੀ। ਪੁਰਾਤਨ ਸਮੇਂ 'ਚ ਗੁਰਸਿੱਖ ਬੜਾ ਵੱਡਾ ਪੁੰਨ ਸਮਝਦੇ ਸੀ, ਹੱਥੀਂ ਗੁਰੂ ਕੀ ਬਾਣੀ ਲਿਖਣੀ, ਸੋਨਾ ਪਾ ਕੇ ਸਿਆਹੀ ਬਣਾ ਕੇ ਗੁਰੂ ਕੇ ਬਚਨ ਅੰਮ੍ਰਿਤ ਲਿਖਣੇ, ਗੁਰੂ ਦਾ ਇਤਿਹਾਸ ਲਿਖਣਾ, ਲਿਖ ਵੰਡਣਾ, ਇਹ ਬੜਾ ਵੱਡਾ ਪੁੰਨ ਹੈ। ਸੋ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਭਾਈ ਗੁਰਦਾਸ ਨੇ ਕਿਹਾ। ਸੋ ਇਸ ਪ੍ਰਕਾਰ ਭਾਈ ਵੀਰ ਸਿੰਘ ਜੀ ਦੇ ਤਾਈਂ ਇੱਕ ਲਿਖਾਰੀ ਮਿਲਣਾ ਚਾਹੁੰਦਾ ਸੀ, ਤੇ ਭਾਈ ਸਾਹਿਬ ਕਹਿੰਦੇ ਨਹੀਂ, ਮੈਂ ਨਹੀਂ ਮਿਲਣਾ। ਬੜੇ ਸੁਨੇਹੇ ਉਹਨੇ ਕੱਲੇ। ਭਾਈ ਸਾਹਿਬ ਜੀ ਕਹਿਣ ਲੱਗੇ ਵੀ ਉਹਨੂੰ ਨਹੀਂ ਮਿਲਣਾ, ਕਿਉਂਕਿ ਇਹਨਾਂ ਹੱਥਾਂ ਨੂੰ, ਆਪਣੀ ਕਲਮ ਨੂੰ ਗਲਤ ਪਾਸੇ ਵਰਤਦਾ ਹੈ, ਕੁੜੀਆਂ ਮੁੰਡਿਆਂ ਦੇ ਇਸ਼ਕ ਮਜਾਜੀ ਦੇ ਕਿੱਸੇ ਲਿਖਦਾ ਹੈ, ਉਹਨੂੰ ਨਹੀਂ ਮਿਲਣਾ। ਬੜੇ ਤਰਲੇ ਕੱਢ ਕੇ ਆਇਆ। ਭਾਈ ਸਾਹਿਬ ਨੇ 3 ਮਿੰਟ ਦਾ ਸਮਾਂ ਦਿੱਤਾ ਕਿ 3 ਮਿੰਟ ਮਿਲਾਂਗਾ, ਤੇ ਉਹ ਵੀ ਤਾਂ ਜੇ ਗੁਰੂ ਕੀ ਬਾਣੀ ਤੇ ਗੁਰੂ ਕੇ ਇਤਿਹਾਸ ਵਿੱਚੋਂ ਕੋਈ ਬਚਨ ਬੋਲੇਗਾ ਤੇ ਤਾਂ, ਨਹੀਂ ਤਾਂ ਨਹੀਂ। ਜੇ ਉਹਨੇ ਕੋਈ ਹੋਰ ਗੱਲ ਕੀਤੀ ਤੇ ਅਸੀਂ ਉੱਠ ਕੇ ਆ ਜਾਵਾਂਗੇ। ਪਰ ਭਾਈ ਵੀਰ ਸਿੰਘ ਦੀ 3 ਮਿੰਟ ਦੀ ਮਿਲਣੀ ਦੁਆਰਾ ਉਹਦੀ ਕਲਮ ਦੀ ਜਿਹੜੀ ਰਵਾਨਗੀ ਸੀ ਬਦਲ ਗਈ, ਕਲਮ ਦੀ ਰਫਤਾਰ ਹੋਰ ਪਾਸੇ ਚੱਲ ਪਈ। ਮਹਾਰਾਜ ਦਾ ਜਸ ਲਿਖਣ ਲੱਗ ਪਿਆ, ਜੋ ਪਹਿਲਾਂ ਲਿਖਦਾ ਸੀ ਉਹ ਲਿਖਣਾ ਛੱਡ ਦਿੱਤਾ। ਸੋ ਇਸ ਪ੍ਰਕਾਰ ਉਹਨਾਂ ਗੁਰਮੁਖਾਂ ਨੇ ਆਪ ਬਹੁਤ ਜਸ ਲਿਖਿਆ, ਗੁਰਬਾਣੀ ਦੇ ਅਰਥ ਲਿਖੇ, ਗੁਰੂ ਦਾ ਇਤਿਹਾਸ ਲਿਖਿਆ, ਗੁਰੂ ਦਾ ਪ੍ਰੇਮ ਲਿਖਿਆ। ਭਾਈ ਸਾਹਿਬ ਦੀਆਂ ਲਿਖਤਾਂ ਅੱਜ ਵੀ ਜਿੰਦ ਜਾਨ ਭਰ ਰਹੀਆਂ ਹਨ ਪੜ੍ਹਨ ਸੁਣਨ ਵਾਲਿਆਂ ਦੇ ਅੰਦਰ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਹਸਤ ਪੁਨੀਤ ਹੋਏ ਤਤਕਾਲ, ਤਤਕਾਲ ਉਸੇ ਵੇਲੇ ਹੱਥ ਪਵਿੱਤਰ ਹੋ ਜਾਣਗੇ ਲਿਖਣ ਨਾਲ। ਬਿਨਸ ਜਾਹੇ ਮਾਇਆ ਜੰਜਾਲ,
ਤੇ ਜਿਹੜੇ ਮਾਇਆ ਦੇ ਜੰਜਾਲ ਨੇ, ਫਸੌਤੀਆਂ, ਬੰਧਨ ਮਾਇਆ ਦੇ ਜਾਲ ਪਏ ਹੋਏ, ਜੰਜਾਲ ਚੰਗੀ ਤਰ੍ਹਾਂ ਜਿਹੜੇ ਜਾਲ ਪਏ ਹੋਏ ਨੇ ਨਾ, ਇਹ ਬਿਨਸ ਜਾਣਗੇ। ਮਾਇਆ ਜੋ ਦ੍ਰਿਸ਼ਮਾਨ ਪ੍ਰਪੰਚ ਹੈ, ਇਹਦਾ ਸਿਆਪਾ ਜਿਹੜਾ ਧੰਦਾ, ਜੰਜਾਲ, ਫਸੌਤੀ ਗਲ 'ਚ ਪਈ, ਜਿਹਦਾ ਕਰਕੇ ਜੰਮਣਾ ਮਰਨਾ ਬਣਿਆ, ਇਹ ਬਿਨਸ ਜਾਣਗੇ। ਰਸਨਾ ਰਮੋ ਰਾਮ ਗੁਣ ਨੀਤ, ਰਸਨਾ ਜੀਭ ਦੇ ਨਾਲ ਵੀ ਰਾਮ ਜੋ ਰਮਿਆ ਹੋਇਆ ਪਰਮਾਤਮਾ, ਉਹਦੇ ਗੁਣਾਂ ਨੂੰ ਨਿਤ ਹੀ, ਰਮੋ ਦਾ ਅਰਥ ਹੈ ਉਚਾਰਨ ਕਰੋ, ਰਸਨਾ ਦੇ ਨਾਲ ਜਪੋ, ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੋ। ਸੁਖ ਪਾਵੋ ਮੇਰੇ ਭਾਈ ਮੀਤ, ਹੇ ਮੇਰੇ ਭਰਾ, ਮੇਰੇ ਮਿੱਤਰ ਜੀ, ਇੰਜ ਕਰੋਗੇ ਤੇ ਤੁਸੀਂ ਸਦੀਵੀ ਸੁਖ ਦੀ ਪ੍ਰਾਪਤੀ ਕਰੋਗੇ, ਆਤਮਿਕ ਸੁਖ ਪ੍ਰਾਪਤ ਕਰੋਗੇ। ਲਿਖ ਲੇਖਣ ਕਾਗਦ ਮਸਵਾਣੀ, ਜਿਹੜੀ ਲੇਖਣੀ ਹੈ ਪ੍ਰੀਤ ਰੂਪੀ ਕਲਮ ਦੇ ਨਾਲ, ਹਿਰਦੇ ਦੇ ਕਾਗਜ਼ ਤੇ ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਹਜੂਰ ਨੇ ਕਿਹਾ ਲਲਤਾ ਜੀਵ ਨੂੰ ਹੀ ਲੇਖਣੀ ਬਣਾ ਲਓ, ਅਥਵਾ ਲੇਖਣ ਪ੍ਰੀਤ ਰੂਪੀ ਕਲਮ ਨਾਲ ਤੇ ਕਾਗਜ਼ ਹਿਰਦਾ ਬਣਾ ਕੇ, ਤੇ ਮਸਵਾਣੀ ਸਿਆਹੀ ਜਿਹੜੀ ਹੈ ਉਹ ਪ੍ਰੀਤ ਦੀ ਸਿਆਹੀ ਬਣਾ ਕੇ, ਤੇ ਇਸ ਤਰ੍ਹਾਂ ਲਿਖ ਲੇਖਣ ਕਾਗਜ਼ ਮਸਵਾਣੀ, ਇਸ ਤਰ੍ਹਾਂ ਦਾ ਲੇਖ ਲਿਖੋ ਵਾਹਿਗੁਰੂ ਦੇ ਜਸ ਦਾ। ਰਾਮ ਨਾਮ ਹਰ ਅੰਮ੍ਰਿਤ ਬਾਣੀ, ਹਰੀ ਅਕਾਲ ਪੁਰਖ ਜੋ ਹੈ, ਜੋ ਰਾਮ ਰਮਿਆ ਹੋਇਆ ਹੈ, ਦੁੱਖਾਂ ਦਾ ਹਾਰਕ ਹੈ, ਉਹਦਾ ਨਾਮ ਅੰਮ੍ਰਿਤ ਬਾਣੀ, ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ, ਉਹਦੇ ਨਾਮ ਵਾਲੀ ਸਿਫਤ ਸਲਾਹ ਦੀ ਬਾਣੀ, ਪ੍ਰਮਾਤਮਾ ਦੀ ਵਡਿਆਈ ਵਾਲੀ ਬਾਣੀ ਅੰਮ੍ਰਿਤ ਬਾਣੀ ਹੈ। ਇਹ ਬੋਲੋ ਤੇ ਲਿਖੋ ਰਹਾਓ। ਇਹ ਕਾਰਜ ਤੇਰੇ ਜਾਹੇ ਬੇਕਾਰ, ਇਹ ਕਾਰਜ ਕਰੇਗਾ ਤੇ ਇਸ ਕਾਰਜ ਰਾਹੀਂ ਤੇਰੇ ਸਾਰੇ ਬੇਕਾਰ ਜਿਹੜੇ ਹਨ ਨਾ, ਕਾਮ ਕ੍ਰੋਧ ਮੋਹ ਹੰਕਾਰ ਆਦਿ ਕੇ ਚਲੇ ਜਾਣਗੇ। ਸਿਮਰਤ ਰਾਮ ਨਾਹੀਂ ਜਮਵਾਰ, ਵਾਹਿਗੁਰੂ ਰਾਮ ਦਾ ਸਿਮਰਨ ਕਰਦਿਆਂ ਹੋਇਆਂ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ ਹੈ। ਧਰਮ ਰਾਜ ਕੇ ਦੂਤ ਨਾ ਜੋ ਹੈ, ਧਰਮ ਰਾਜਾ ਜੋ ਹਿਸਾਬ ਕਿਤਾਬ ਕਰਨ ਵਾਲਾ ਤੇ ਕਰਮਾਂ ਦਾ, ਉਸ ਧਰਮਰਾਜ ਦੇ ਜਿਹੜੇ ਦੂਤ ਨੇ, ਇਸਲਾਮ 'ਚ 5 ਮੰਨੇ ਨੇ, ਏਕਾਈਲ, ਮੇਕਾਈਲ, ਇਸਰਾਈਲ, ਜਬਰਾਈਲ ਤੇ ਅਜਰਾਈਲ। ਸੋ ਇਸ ਪ੍ਰਕਾਰ ਭਾਵ ਧਰਮਰਾਜ ਦੇ ਕਰਿੰਦੇ ਜਿਹੜੇ ਹਨ ਅੱਗੇ ਭੇਜਦੇ ਰੂਹ ਨੂੰ ਲਿਜਾਣ ਵਾਸਤੇ ਜਿਹੜੇ ਆਉਂਦੇ ਨੇ, ਉਹ ਤੇਰੇ ਵੱਲ ਵੇਖ ਵੀ ਨਹੀਂ ਸਕਦੇ। ਜੋ ਹੈ ਹੁੰਦਾ ਚੰਗੀ ਤਰ੍ਹਾਂ ਤਾੜਨਾ, ਵੇਖਣਾ, ਜੋਣਾ। ਸੋ ਇਸ ਪ੍ਰਕਾਰ ਉਹ ਤੇਰੇ ਵੱਲ ਤੱਕ ਵੀ ਨਹੀਂ ਸਕਦੇ ਹਨ। ਮਾਇਆ ਮਗਨ ਨਾ ਕਛੂ ਹੈ ਮੋਹ ਹੈ। ਸੋ ਇਸ ਪ੍ਰਕਾਰ ਜਿਹੜੀ ਮਾਇਆ ਹੈ ਇਹ ਤੇਰੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਕੁਛ ਵੀ ਥੋੜਾ ਮਾਤਰ ਵੀ ਤੈਨੂੰ ਮੋਹਿਤ ਨਹੀਂ ਕਰ ਸਕਦੀ, ਤੂੰ ਮਾਇਆ 'ਚ ਮਗਨ ਨਹੀਂ ਹੋਏਗਾ। ਉਧਰ ਹੈ ਆਪ ਤਰੈ ਸੰਸਾਰ, ਆਪ ਉਧਰ ਜਾਏਗਾ ਤੇ ਤੇਰੀ ਸੰਗਤ ਦੁਆਰਾ ਹੋਰ ਵੀ ਸੰਸਾਰ ਦੇ ਲੋਕ ਤਰਨਗੇ। ਉਧਰ ਹੈ ਆਪ ਤਰੈ, ਉਧਰ ਉੱਪਰ ਉੱਠ ਜਾਏਗਾ ਵਿਕਾਰਾਂ ਤੋਂ, ਤਰ ਜਾਏਗਾ ਸੰਸਾਰ ਸਮੁੰਦਰ ਤੋਂ। ਰਾਮ ਨਾਮ ਜਪ ਏਕ ਓਂਕਾਰ, ਜਿਹੜਾ ਇੱਕੋ ਇੱਕ ਪਰਮਾਤਮਾ ਜਿਸ ਦਾ ਸਾਰਾ ਪਸਾਰਾ ਹੈ, ਜੋ ਰਮਿਆ ਹੋਇਆ, ਉਸ ਦੇ ਨਾਮ ਦਾ ਜਪ ਕਰਕੇ ਆਪ ਕਮਾਓ ਅਵਰਾ ਉਪਦੇਸ਼, ਆਪ ਕਮਾਓ ਇਸ ਉਪਦੇਸ਼ ਨੂੰ ਤੇ ਹੋਰਨਾਂ ਨੂੰ ਇਹ ਉਪਦੇਸ਼ ਵੰਡੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਨਾਮ ਦੀ ਕਮਾਈ ਕਰੋ ਤੇ ਹੋਰਨਾਂ ਨੂੰ ਵੀ ਇਸ ਨਾਮ ਦਾ ਹੀ ਉਪਦੇਸ਼ ਦਿਓ। ਰਾਮ ਨਾਮ ਹਿਰਦੈ ਪ੍ਰਵੇਸ਼, ਰਮੇ ਹੋਏ ਰਾਮ ਦੇ ਨਾਮ ਨੂੰ ਹਿਰਦੇ 'ਚ ਪ੍ਰਵੇਸ਼ ਕਰੋ। ਰਾਮ ਦੇ ਨਾਮ ਦਾ ਹਿਰਦੇ 'ਚ ਪ੍ਰਵੇਸ਼ ਹੋਣਾ ਚਾਹੀਦਾ, ਅੰਦਰ ਜਾਣਾ ਚਾਹੀਦਾ। ਜਾ ਕੈ ਮੱਥ ਹੈ ਇਹੋ ਨਿਧਾਨ, ਜਿਸ ਦੇ ਮੁਖ ਮਸਤਕ ਤੇ ਪਰਮਾਤਮਾ ਵੱਲੋਂ ਇਹ ਨਿਧਾਨ ਖਜ਼ਾਨੇ ਦਾ ਲੇਖ ਲਿਖਿਆ ਹੋਇਆ, ਲੇਖ ਪਿਆ ਹੋਇਆ, ਸੋਈ ਪੁਰਖ ਜਪੈ ਭਗਵਾਨ। ਉਹੀ ਪੁਰਖ ਵਿਅਕਤੀ ਭਗਵਾਨ ਪਰਮਾਤਮਾ ਨੂੰ ਜਪਦਾ ਹੈ। 8 ਪਹਿਰ ਹਰ ਹਰ ਗੁਣ ਗਾਓ। ਹਜ਼ੂਰ ਕਹਿੰਦੇ ਭਾਈ ਜਿਹੜੇ 8 ਪਹਿਰ, ਜਿਹੜਾ ਵਿਅਕਤੀ 8 ਪਹਿਰ ਹੀ ਵਾਹਿਗੁਰੂ ਨਾਮ ਨੂੰ ਜਪਦਾ ਹੈ ਤੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕਹੋ ਨਾਨਕ ਹਉ ਤਿਸ ਬਲ ਜਾਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਮੈਂ ਉਹਦੇ ਤੋਂ ਬਲਿਹਾਰ ਜਾਂਦਾ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਤਾਈਂ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।